सिर रवै हर नामा बाणी गुरु। गुरु है बाणी विच बाणी अमृत सारे। गुर बाणी कहे सेवक जन मानै। पर तख गुरु निस्तारै। बाणी बिरलो विचारसी। जे को गुरमुख होए। एह बाणी महापुरख की। निज कर वासा होए। सारंग महला पंजवा। मेरे मन बास बो गुर गोबिंद। जहाँ सिमरन भयो है ठाकुर। तहाँ नगर सुख आनंद रहा। जहाँ बिसर ठाकुर प्यारो। तहाँ दुख सब आपद। जह गुण गाए आनंद मंगल रूप। तहाँ सदा सुख संपद। जहाँ श्रवण हर कथा ना सुनिए। तह महाभ्यान उदयानद। जहाँ कीर्तन साध संगत रस। तह सगन बास फलानद। बिन सिमरन कोट बरख जीवै। सगली आद बिरथानद। एक निमख गोबिंद भजन कर। तो सदा सदा जीवानद। शरण 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 प्रभ पावो। दीजै साध संगत कृपानद। नानक पूर रह्यो है सरब में। सगल गुणा विद जानद। शरण 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 प्रभ पावो। दीजै साध संगत कृपानद। नानक पूर रह्यो है सरब में। सगल गुणा
ਬਿਦ ਜਾਣਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੀ ਵਿਚਾਰ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਆਪ ਜੀ ਨੂੰ ਸਰਵਣ ਕਰਵਾਉਣਗੇ। ਅੱਜ ਉਹਨਾਂ ਦੀ ਵਿਦਾਇਗੀ ਵੀ ਹੈ। ਆਪ ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਉਚੇਚਾ ਸਮਾਂ ਕੱਢ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਗੁਰੂ ਕੀਆਂ ਸੰਗਤਾਂ ਨੂੰ ਗੁਰੂ ਜਸ ਸ਼ਬਦ ਵਿਚਾਰ ਸਰਵਣ ਕਰਵਾਈ ਹੈ। 28 ਤਰੀਕ ਐਤਵਾਰ ਗੁਰਦੁਆਰਾ ਰਕਾਬਗੰਜ ਸਾਹਿਬ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਂਪੁਰਖਾਂ ਨੇ ਜੋ ਪਿਆਓ ਦੀ ਛਬੀਲ ਦੀ ਸੇਵਾ ਕੀਤੀ ਹੈ, ਉਹ ਅਸਥਾਨ ਤਿਆਰ ਹੋ ਚੁੱਕਿਆ ਹੈ। 10 ਵਜੇ ਕੱਲ੍ਹ ਇਸ ਦੀ ਆਰੰਭਤਾ ਹੋਵੇਗੀ। ਉਸ ਤੋਂ ਪਹਿਲਾਂ 1 ਘੰਟਾ ਕੀਰਤਨ ਹੋਵੇਗਾ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਸੇਵਾ ਕਰਕੇ, ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਗਰੀਬ ਸਿੱਖ ਬੱਚਿਆਂ ਦੀ ਪੜ੍ਹਾਈ ਵਾਸਤੇ, ਬਿਮਾਰਾਂ ਦੀ, ਰੋਗੀਆਂ ਦੀ ਦਵਾਈ ਬੂਟੀ, ਉਹਨਾਂ ਦੇ ਫ੍ਰੀ ਇਲਾਜ ਵਾਸਤੇ, ਅਤੇ ਉਹ ਗੁਰਸਿੱਖ ਬੱਚੇ ਜਿਹੜੇ IAS IPS ਬਣਨਾ ਚਾਹੁੰਦੇ ਨੇ, ਉਹਨਾਂ ਦੀ ਫ੍ਰੀ ਕੋਚਿੰਗ ਵਾਸਤੇ ਆਪ ਸੰਗਤ ਨੂੰ ਬੇਨਤੀ ਹੈ ਕਿ 550 ਸਾਲਾ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜੋ ਸ਼ਤਾਬਦੀ ਸਾਲ ਮਨਾ ਰਹੇ ਹਾਂ, ਕੋਈ ਬੂਟੇ ਲਾਈ ਜਾਂਦਾ ਹੈ, ਔਰ ਉਹ ਵੀ ਅਮਰੀਕਾ ਵਰਗੇ ਮੁਲਕਾਂ ਵਿੱਚ ਜਿੱਥੇ ਪਹਿਲਾਂ ਹੀ ਇੰਨੀ ਗ੍ਰੀਨਰੀ ਹੈ ਕਿ ਲੋਕਾਂ ਨੂੰ ਪੌਦਿਆਂ ਤੋਂ ਵੀ ਐਲਰਜੀ ਹੈ। ਮੈਕਸੀਮਮ ਲੋਕ ਅਮਰੀਕਾ ਦੇ ਵਿੱਚ, ਕੈਨੇਡਾ ਵਿੱਚ ਐਲਰਜੀ ਦੇ ਟੀਕੇ ਲਵਾਉਂਦੇ ਨੇ। ਪਤਾ ਨਹੀਂ ਅਸੀਂ ਕਿਸ ਪਾਸੇ ਤੁਰੇ ਹਾਂ। ਲੋੜ ਇਸ ਗੱਲ ਦੀ ਹੈ ਕਿ ਅਗਰ ਹਰ ਕੰਟਰੀ, ਹਰ ਸਿੱਖ ਜਥੇਬੰਦੀ ਘੱਟੋ ਘੱਟ 550 ਸਿੱਖ ਬੱਚੇ, ਔਰ ਸਿੱਖ ਬੱਚੇ ਦਾ ਪਹਿਚਾਣ ਦਾ ਇੱਕ ਪੈਰਾਮੀਟਰ ਹੋਣਾ ਚਾਹੀਦਾ ਕਿ ਇਸ ਉਮਰ ਤੱਕ ਉਸ ਬੱਚੇ ਨੂੰ ਇੰਨੀ ਬਾਣੀ ਕੰਠ ਹੋਵੇ, ਇਸ ਉਮਰ ਤੱਕ ਉਹ ਬੱਚਾ ਅੰਮ੍ਰਿਤਧਾਰੀ ਹੋਵੇ, ਇੰਨਾ ਪਾਠ ਉਹਨੂੰ ਜ਼ੁਬਾਨੀ ਯਾਦ ਹੋਵੇ, ਇਸ ਉਮਰ ਤੱਕ ਉਹ ਬੱਚਾ 5 ਬਾਣੀਆਂ ਦਾ ਨਿਤਨੇਮੀ ਹੋਵੇ। ਇਹ ਅਸੀਂ ਸਿੱਖ ਬੱਚੇ ਅਡਾਪਟ ਕਰੀਏ। ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਮਨਾਉਣੀ ਹੈ। ਜੇ ਇੱਕ ਜਥੇਬੰਦੀ, ਇੱਕ ਮੁਲਕ 550 ਬੱਚੇ ਸੰਭਾਲੇ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਇਹ ਗਿਣਤੀ ਲੱਖਾਂ ਵਿੱਚ ਪਹੁੰਚ ਜਾਏਗੀ। ਪੌਦੇ ਲਾ ਲਓ, ਸਸਤਾ ਰਸਤਾ ਹੈ। ਆਪਾਂ ਪਤਾ ਨਹੀਂ ਕਿਹੜੇ ਰਸਤੇ ਤੁਰ ਪੈਂਦੇ ਆ। ਸੋ ਆਓ ਕੋਈ ਐਸਾ ਕੰਕਰੀਟ ਕੋਈ ਸੇਵਾ ਦਾ ਕਾਰਜ ਕਰੀਏ। ਪਰ ਮੈਂ ਪਰਿਵਾਰਾਂ ਨੂੰ ਬੇਨਤੀ ਕਰਾਂਗਾ ਕਿ ਦਿੱਲੀ ਕਮੇਟੀ ਨੇ ਯਤਨ ਕੀਤਾ ਹੈ 1-2 ਦਿਨਾਂ ਵਿੱਚ, ਖਾਸ ਕਰਕੇ ਬੰਗਲਾ ਸਾਹਿਬ ਉਹ ਕਾਊਂਟਰ ਵੀ ਬਣ ਜਾਏਗਾ। ਬਕਾਇਦਾ ਆਪ ਜੀ ਦੇ ਹੱਥ ਵਿੱਚ ਹੈਂਡ ਬਿੱਲ ਵੀ ਆ ਜਾਣਗੇ। ਸੇਵਾ ਤੁਸੀਂ ਆਪ ਕਰਨੀ ਹੈ। ਅਸੀਂ ਤੁਹਾਨੂੰ ਆਇਡੈਂਟੀਫਾਈ ਕਰਕੇ ਦਿਆਂਗੇ ਸਿੱਖ ਬੱਚੇ ਕਿ ਇਹਨਾਂ ਬੱਚਿਆਂ ਨੂੰ ਤੁਸੀਂ ਅਡਾਪਟ ਕਰੋ, ਫੀਸਾਂ ਦਿਓ, ਵਰਦੀਆਂ ਦਿਓ, ਕਿਤਾਬਾਂ ਦਿਓ, ਤਾਂ ਕਿ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਪ੍ਰਕਾਸ਼ 550 ਸਾਲਾ ਸ਼ਤਾਬਦੀ ਦੇ ਵਰ੍ਹੇ ਨੂੰ ਮਨਾਉਂਦੇ ਹਾਂ। ਕੌਮ ਦੀ 29 ਕੌਮ ਦੀ ਉਸਾਰੀ ਦੇ ਵਿੱਚ ਅਸੀਂ ਖੜੇ ਹੋਈਏ। ਮੈਂ ਸਿੰਘ ਸਾਹਿਬ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਸੰਗਤ ਨੂੰ ਪ੍ਰੇਰਨਾ ਦੇਣ। ਐਵੇਂ ਨਿੱਕੇ ਨਿੱਕੇ ਕੰਮਾਂ 'ਚ 550 ਗਿਣ ਕੇ ਅਸੀਂ ਆਪਣੀ ਕੁਰਬਾਨੀ, ਅਸੀਂ ਆਪਣੀ ਸੇਵਾ ਦਰਜ ਕਰਾਉਣ ਦੀ ਥਾਂ ਤੇ ਵੱਡੇ ਕਾਰਜ ਕਰੀਏ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨ। ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨ। ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ, ਉਹਨਾਂ ਦੇ ਪਾਵਨ ਸਥਾਨ ਤੇ ਅਦਬ ਸਤਕਾਰ ਸਹਿਤ ਹਾਜ਼ਰੀਨ ਸੁਭਾਏਮਾਨ ਸੰਗਤ ਜੀਓ, ਅਦਬ ਸਤਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸ਼ਬਦ ਦਾ ਇਸ ਵੇਲੇ ਵਿਚਾਰ ਕਰਨਾ ਹੈ, ਸਾਰੰਗ ਰਾਗ ਵਿੱਚੋਂ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1204 ਤੇ ਸੁਭਾਏਮਾਨ ਹੈ। ਮੂਲ ਪਾਠ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ, ਉਹਨਾਂ ਨੇ ਆਪ ਨੂੰ ਸਰਵਣ ਕਰਵਾਇਆ ਹੈ। ਵਿਚਾਰ ਆਰੰਭ ਕਰੀਏ। ਸਾਰੰਗ ਮਹਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਮੇਰੇ ਮਨ ਬਸਬੋ ਗੁਰ ਗੋਬਿੰਦ, ਜਹਾਂ ਸਿਮਰਨ ਭਇਓ ਹੈ ਠਾकुर, ਤਹਾਂ ਨਗਰ ਸੁਖ ਆਨੰਦ ਰਹਾਓ। ਮੇਰੇ ਮਨ ਵਿੱਚ ਗੁਰੂ ਗੋਬਿੰਦ ਵਸ ਰਿਹਾ ਹੈ, ਹੁਣ ਉਸ ਦਾ ਟਿਕਾਣਾ ਹੈ। ਜਿਸ ਨਗਰ ਵਿੱਚ, ਹਿਰਦੇ ਨਗਰ ਵਿੱਚ ਉਸ ਦਾ ਸਿਮਰਨ ਹੋ ਗਿਆ, ਉਸ ਮਾਲਕ ਦਾ ਸਿਮਰਨ ਹੋ ਗਿਆ, ਉਸ ਨਗਰ ਵਿੱਚ ਸੁਖ ਹੈ, ਆਨੰਦ ਹੈ। ਸ਼ਬਦ ਦਾ ਕੇਂਦਰੀ ਭਾਵ ਹੈ। ਹਰ ਦੇਸ਼ ਵਿੱਚ ਐਸੇ ਨਗਰ ਹਨ ਕਿ ਲੋਕ ਉੱਥੋਂ ਡਰਦਿਆਂ ਰਾਤ ਲੰਘਦੇ ਨੇ। ਵਿਦੇਸ਼ਾਂ ਵਿੱਚ ਵੀ ਵੇਖਿਆ, ਉਹ ਕਹਿੰਦੇ ਨੇ ਇਸ ਥਾਂ ਤੋਂ ਰਾਤ ਨਹੀਂ ਲੰਘਣਾ। ਕੁਛ ਤੇ ਐਸੇ ਨੇ USA ਵਿੱਚ ਵੀ ਵੇਖੇ, ਨਿਊਯਾਰਕ ਵਿੱਚ ਇਸ ਬਾਜ਼ਾਰ ਨਹੀਂ ਜਾਣਾ। ਆਪਣੇ ਦੇਸ਼ ਵਿੱਚ ਵੇਖਿਆ, ਰਾਤ ਪੁਲਿਸ ਵਾਲਿਆਂ ਨੇ ਬੜੇ ਆਦਰ ਪਿਆਰ ਨਾਲ ਮਿਲੇ, ਗਿਆਨੀ ਜੀ ਇਸ ਸੜਕੇ ਨਹੀਂ, ਇੱਧਰ ਹੋ ਜਾਓ। ਐਸੇ ਨਗਰ ਵੀ ਹਨ ਕਿ ਜੇ ਜਾਣਾ ਹੈ ਤੇ ਨਾਲ ਕੋਈ ਜਲ ਪਾਣੀ ਪ੍ਰਸ਼ਾਦਾ ਲੈਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਕਿਸੇ ਨੂੰ ਖਾਲੀ ਜਾਣ ਹੀ ਨਹੀਂ ਦੇਣਾ। ਨਗਰ ਚੰਗੇ ਵੀ ਹਨ, ਮੰਦੇ ਵੀ ਹਨ, ਪਰ ਉਹ ਨਗਰਾਂ ਦੀ ਗੱਲ ਨਹੀਂ, ਬੰਦਿਆਂ ਦੀ ਗੱਲ ਹੈ। ਰਹਿਣ ਵਾਲਿਆਂ ਦੀ, ਬੰਦੇ ਚੰਗੇ ਹਨ, ਬੰਦੇ ਮੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਰੀਰ ਨੂੰ, ਹਿਰਦੇ ਨੂੰ ਵੀ ਨਗਰ ਕਿਹਾ ਹੈ। ਮੈਂ ਪ੍ਰਮਾਣ ਵਜੋਂ ਪੰਕਤੀਆਂ ਪੜ੍ਹ ਦੇਵਾਂ। ਕਾਮ ਕ੍ਰੋਧ ਨਗਰ ਬਹੁ ਭਰਿਆ, ਕਾਮ ਨਾਲ ਕ੍ਰੋਧ ਨਾਲ ਸਰੀਰ ਨਗਰ ਨਕਾ ਨਕ ਬਹੁਤ ਭਰਿਆ ਪਿਆ। ਮਿਲ ਸਾਧੂ ਖੰਡਲ ਖੰਡਾ ਹੈ, ਗੁਰੂ ਨੂੰ ਮਿਲ ਕੇ ਇਹਨੂੰ ਤੋੜਨਾ ਹੈ, ਖੰਡ ਖੰਡ ਕਰਨਾ ਹੈ। ਸੰਗਤ ਵਿੱਚ ਇਸ ਲਈ ਆਉਂਦੇ ਹਾਂ ਕਿ ਪੁਰਾਣਾ ਢਾ ਦਈਏ, ਨਵਾਂ ਬਣਾ ਦਈਏ। ਇੱਥੇ ਛੋਟੀ ਜਿਹੀ ਇੱਕ ਕਥਾ ਕਹਾਂ ਮੈਂ, ਬੜੀ ਕਾਰਗਰ ਹੋਵੇਗੀ। ਮੈਂ ਸੁਣਿਆ ਕਿ ਕਿਸੇ ਨਗਰ ਵਿੱਚ ਪੁਰਾਣਾ ਮੰਦਰ ਸੀ ਤੇ ਡਰਦਾ ਜਾਂਦਾ ਕੋਈ ਨਹੀਂ ਸੀ। ਕਿਉਂ ਡਰ ਕਾਹਦਾ? ਕਿ ਕਿਤੇ ਉੱਤੇ ਡਿੱਗ ਨਾ ਪਵੇ, ਗਿਰ ਨਾ ਜਾਏ। ਪੁਰਾਣਾ ਸੀ, ਕੰਧਾਂ ਕਰੀਆਂ ਸਨ, ਬਾਹਰੋਂ ਹੀ ਲੋਕੀ ਪੂਜਾ ਕਰ ਆਉਂਦੇ ਸਨ, ਅੰਦਰ ਨਹੀਂ ਸਨ ਜਾਂਦੇ। ਪਰ ਕਮੇਟੀ ਜ਼ਰੂਰ ਹੈ ਸੀ ਉਸ ਦੀ। ਕਮੇਟੀ ਦੀ ਮੀਟਿੰਗ ਹੋਈ ਕਿ ਮੰਦਰ ਨਵਾਂ ਬਣਾਇਆ ਜਾਏ, ਮਤਾ ਪਾਸ।
दूसरा मता सी कि नक्शा ये हो, क्योंकि पुरातन चीज है, इसे नक्शे का बनाया जाए, ये भी मता पास हो गया। तीसरा से कि ਇਹਦਾ ही मटीरियल जे कोई चंगा विचों निकले, गरीब बंदे हैं वो भी विच लगाया जाए, इन्हां नीहां ते ही बनाया जाए, मटीरियल भी हल्के, हाँ ये भी ठीक। ते चौथा मता खतरनाक से वो कि जदों तक नवां ना बन जाए इनू ना ढाया जाए, ये खड़ा रहे। हद हो गई, बनाना भी इन्हां नहीं है ते हिरदा वो ही है। हुण जदों तक पुराना तब्दील ना होवे, पुरानियां आदतां ना छड्डिए, रब भी मिल पवे पर झूठ उत्थे दा उत्थे ही रहे, परमात्मा भी मिल पे बेईमानी भी नाल बंदा करी जाए, परमात्मा में मिल जाए विकारी जीवन भी होवे, काम क्रोध नाल भी भरिया रहे, रब भी आके बैठ जाए, नहीं। गुरु अर्जन देव जी का फरमान है, पंच मनाए, बड़ी देर दे रुस्से सन, पंज सत संतोख दया धर्म तीर्थ, ये मना ले के आ जाओ, ये तुहाडा घर है। जिमें कोई रुस्सिया होवे बाहर बच्चे नूं मना लिया जी, पंच मनाए ते पंज मनन नाल पंज रुस के तुर गए, पंच रुसाए, काम क्रोध लोभ मोह हंकार चले गए, पंच वसाए, गुणा नूं वसा लिया, पंच गवाए, अवगण चले गए। इन विद इस तरीके नाल, इस विधि नाल, इन विद नगर उठा मेरे भाई, दुरत गया गुर ज्ञान दिड़ाई। ये नगर हुण वस गया, ये नगर हुण कैसा है ते पहले कैसा सी? पहले तो सी काम क्रोध नगरो भरे, पर हुण है ये नगर हज हमारी गोमती तीर, जहां बसे पीतंबर पीर, वह क्या खूब गावता है, हर का नाम मेरे मन भावता है। नारद सारद करें खवासे, अंदर रब दा दरबार ला देता, नारद सारद करें खवासी, चौबदार हुंदा खवास, पास बैठी बीबी कमला दासी, कंठे माला जिहवा राम, सहंस नाम ले ले करूं सलाम, कहत कबीर राम गुण गावो, हिंदू तुर्क दो समझामो। हुणे नगर वस्या मन मंदर, तन वेश कलंदर, कट ही तीर्थ नामा, एक शब्द मेरे प्राण बसत है, बहुत जन्म नाम। इस शरीर नूं वेखिया जाए, ये हिरदे नूं तब्दील करना, नानक यह तन जाल जिन जले नाम वसारिया, पाउंदी जाए पराल, पिछे हथ न अबड़े, तित निवंदे ताल। असल विच हिरदा नीवा ताल सी ते पराली पै गई। ये पराली ऐसी चीज है, चावल ते विचों झाड़ लै, पराली पानी च भिज जाए तो बहुत बदबू छड्डदी। पापां दी पराली नाल हिरदा भर गया, हुण कढ़िया भी नहीं जांदा, हथ अपड़दा कोई नहीं, बेबस हो गया। पर गुरु दी टेक जिन्हां ने लै लई, इन बिद नगर उठा मेरे भाई, दुरत गया गुरु ज्ञान दिड़ाई। साहब जी फरमा रहे ने, जिथे सिमरन हो गया उत्थे सुख है, उत्थे आनंद है। जिथों रब भुल गया उत्थे दुख है, कलेश है। गुरु रामदास जी की एक पंक्ति पढ़ा, जह हर सिमरन भया, तह उपाद गत की नहीं। उपाधि की हुंदा तीन ताप ने, पहले आदि मानसिक परेशानी, व्याधि शरीरक रोग, उपाधि कलेश झगड़ा, बाहरों को गल पै जाना। जह हर सिमरन भया, तह उपात गत के, गति का अर्थ चले जाना, चले जाते ने। जह हर सिमरन भया, तह उपात गत के नहीं, वड पागे हर जपना। जन नानक कहो गुरे मत दीनी, जप हर भव जल तरना। जहां सिमरन भयो है ठाकर, तहां नगर
ਸੁਖ ਆਨੰਦ। ਉਹ ਨਗਰ ਸੁਖ ਦਾ ਨਗਰ ਹੈ, ਆਨੰਦ ਦਾ ਨਗਰ ਹੈ। ਉਹ ਹਿਰਦੇ ਵਿੱਚ ਸਦਾ ਵਾਸਤੇ ਆਨੰਦ ਬਣਿਆ ਰਹਿੰਦਾ। ਸਤਿਗੁਰਾਂ ਨੇ ਇਹੋ ਕਿਹਾ ਸੀ, ਆਨੰਦਪੁਰ ਤਾਂ ਵਸਾਇਆ। ਹਰ ਸਿੱਖ ਪ੍ਰੇਰਨਾ ਲਵੇ। ਨਗਰਾਂ ਦੇ ਨਾਮ ਹੀ ਉਹਨਾਂ ਨੇ ਐਸੇ ਰੱਖੇ ਪ੍ਰੇਰਨਾ ਦੇ। ਕਰਤਾਰਪੁਰ, ਕੀਰਤਪੁਰ, ਕਮਾਲ ਹੈ, ਰੱਬ ਦੀ ਕੀਰਤੀ। ਕਰਤਾਰਪੁਰ ਪ੍ਰਮਾਤਮਾ ਦਾ ਨਗਰ, ਆਨੰਦਪੁਰ ਕਿ ਤੇਰੇ ਅੰਦਰ ਆਨੰਦਪੁਰ ਵਸ ਜਾਏ, ਹਿਰਦੇ ਵਿੱਚ ਆਨੰਦ ਹੋਵੇ। ਵੈਸੇ ਚਾਹੁੰਦਾ ਤੇ ਹਰ ਇੱਕ ਹੈ, ਲੇਕਿਨ ਇਹ ਵੇਖਦਾ ਨਹੀਂ ਕਿ ਆਨੰਦ ਦਾ ਮੂਲ ਕੌਣ ਹੈ, ਆਨੰਦ ਦਾ ਸੋਮਾ ਕੌਣ ਹੈ। ਜਿੱਥੇ ਰੱਬ ਦੀ ਯਾਦ ਆ ਜਾਏ ਉੱਥੇ ਆਨੰਦ ਹੈ। ਪ੍ਰਮਾਤਮਾ ਭੁੱਲ ਗਿਆ ਉੱਥੇ ਦੁੱਖ ਹੈ। ਤੁਧ ਚਿੱਤ ਆਏ, ਛੋਟਾ ਮੋਟਾ ਆਨੰਦ ਨਹੀਂ, ਮਹਾ ਆਨੰਦਾ। ਤੁਧ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਉੱਥੇ ਮਰ ਜਾਂਦਾ। ਪ੍ਰਮਾਤਮਾ ਯਾਦ ਆ ਜਾਵੇ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਲੱਗੇ ਨਾ ਤੱਤੀ ਵਾਹ। ਸਾਡਾ ਸਰੀਰ ਸਾਡਾ ਹਿਰਦਾ ਨਗਰ ਹੈ। ਸੰਗਤ ਵਿੱਚ ਤਾਂ ਆਉਂਦੇ ਹਾਂ ਜਿਵੇਂ ਸਤਿਗੁਰੂ ਦਾ ਦਰ ਸੱਚਖੰਡ ਹੈ। ਗੁਰੂ ਦਾ ਦਰਬਾਰ ਇਸ ਸੰਗਤ ਨੂੰ ਕਿਹਾ ਸੱਚਖੰਡ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਹੈ, ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ। ਸੱਚਖੰਡ ਹੈ ਜਿੱਥੇ ਰੱਬ ਵਸਦਾ। ਰੱਬ ਕਿੱਥੇ ਵਸਦਾ? ਸੰਗਤ ਵਿੱਚ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਭਵ ਵਸੈ ਜੀਓ। ਸੰਗਤ ਵਿੱਚ ਕਿੱਥੇ ਵਸਦਾ? ਸੰਗਤ 'ਚ ਬੈਠਦੇ ਨੇ ਰੱਬ ਦੇ ਪਿਆਰੇ, ਉਹਨਾਂ ਦੇ ਹਿਰਦੇ ਵਿੱਚ ਵਸਦਾ। ਵਿਸਰੇ ਨਾਹੀਂ ਜਿਤ ਤੂੰ ਕਬਹੂ, ਸੋ ਥਾਨ ਤੇਰਾ ਕਿਹਾ। ਆਠ ਪਹਿਰ ਜਿਤ ਤੁਧ ਦਹਾਈ, ਸੋ ਨਿਰਮਲ ਹੋਵੇ ਦੇਹਾ। ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ। ਲੱਭਣਾ ਉਹ ਹਿਰਦਾ ਕਿੱਥੇ ਹੈ? ਖੋਜਤ ਖੋਜਤ ਹੈ ਉਹ ਸਾਧ ਸੰਗ, ਤਿੰਨ ਸ਼ਰਨਾਈ ਪਾਇਆ। ਐਸੇ ਹਿਰਦੇ ਸੰਗਤ ਵਿੱਚ ਮਿਲਦੇ ਨੇ ਜਿਨ੍ਹਾਂ ਦੇ ਅੰਦਰ ਰੱਬ ਵਸਦਾ। ਇਸ ਸੱਚਖੰਡ ਵਿੱਚ ਆ ਕੇ ਬੈਸੋ ਤੇ ਸੱਚਖੰਡ ਬਣ ਜਾਓ। ਵੈਸੇ ਕੋਈ ਸ਼ਬਦ ਨੇ ਆਮ ਵਰਤਦੇ ਨੇ ਆ, ਕੁਝ ਸ਼ਬਦ ਨੇ ਨਾ ਸਮਝੀਏ ਭੁਲੇਖਾ ਪੈ ਜਾਂਦਾ। ਸੱਚਖੰਡ ਜਾਣਾ, ਮੈਂ ਥੋੜੀ ਜਿਹੀ ਵਜ਼ਾਹਤ ਇਸ ਗੱਲ ਦੀ ਕਰਦੇ ਆ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਾਤਸ਼ਾਹ ਕਹਿੰਦੇ ਨੇ ਸੱਚਖੰਡ ਹੋਣਾ। ਜਾਣ ਦਾ ਅਰਥ ਹੈ ਕਿ ਜਿੱਥੇ ਤੂੰ ਹੈ ਇੱਥੇ ਨਹੀਂ ਜਾਣਾ। ਹੁਣ ਮੈਂ ਇੱਕ ਬਚਨ ਪੜ੍ਹਾਂ ਸਤਿਗੁਰਾਂ ਦਾ। ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ, ਨਾ ਜਾਣਾ ਬੈਕੁੰਠ ਕਹਾਂ ਹੀ, ਜਾਣ ਜਾਣ ਸਭ ਕਹੈ ਤਹਾਂ ਹੀ। ਜੋ ਜਨ ਪਰਮਿਤ ਪਰ ਮਨ ਜਾਨਾ, ਬਤ ਨਹੀਂ ਬੈਕੁੰਠ ਸਮਾਨਾ। ਜਿਹੜਾ ਬੰਦਾ ਕਹਿੰਦਾ ਜਿਸ ਦੀ ਮਿੱਤ ਭਾਵ ਅੰਦਾਜ਼ਾ ਹੀ ਕੋਈ ਨਹੀਂ, ਮਨ ਤੋਂ ਪਾਰ ਹੈ ਕਿ ਮੈਂ ਉਹਨੂੰ ਜਾਣ ਲਿਆ। ਹੁਣ ਜਾਣਿਆ ਤੇ ਜਾਂਦਾ ਗਿਆਨ ਨਾਲ, ਤੇ ਮਨ ਤੋਂ ਪਾਰ ਹੈ, ਕਿਵੇਂ ਜਾਣੇਗਾ? ਉਸ ਨੂੰ ਜੀ ਸਕਦਾ ਹਾਂ, ਉਸ ਵਿੱਚ ਲੀਨ ਹੋਇਆ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। सदियों फिलॉसफी की तना तनी रही, लेकिन खुदा की बात जहां थी वहां रही। जो जाना परमत परमन जाना, बात नहीं बैकुंठ समा। गल्लां नाल ही सचखंड वासी बन गया, बैकुंठ में समा गया। जब लग मन बैकुंठ की आस, तब लग नाही चरण वास। कहो कबीरे कहिए कहें, साथ संगत बैकुंठ है। और सुनो, कहते ने राम मुख तार कहाँ ले जाई है? कहते ने जी तार देवांगा, बैकुंठ भेज देवांगा। कहते ने कित्थे लै जांगे? ਇਹਦਾ ਭਾਵ ਮੈਨੂੰ ਆਪਣੇ ਤੋਂ ਦੂਰ ਭੇਜੇਗਾ, ਮੈਂ ਨਹੀਂ ਉਸ ਨੂੰ ਬੈਕੁੰਠ ਮੰਨਦਾ। ਮੇਰਾ ਬੈਕੁੰਠ ਹੈ, ਮੈਨੂੰ ਆਪਣੇ ਤੋਂ ਦੂਰ ਨਾ ਕਰੀ। ਗਰਦਾਸ ਕਬੀਰ ਤੇਰੀ ਪਨਾ ਸਮਾਨਾ, ਪਿਸਤ ਨਜ਼ੀਕ ਰੱਖਵੇਂ ਮਾਨਾ। ਮੈਂ ਸਮਝਦਾ ਸਿੱਖ ਲਈ ਜੇ ਕਿ ਬੈਕੁੰਠ ਹੈ ਤੇ ਸਾਧ ਸੰਗਤ। ਮੈਂ ਇੱਕ ਪ੍ਰਮਾਣ ਦੇ ਕੇ ਅੱਗੇ ਚੱਲਾਂ। ਭਾਈ ਗੁਰਦਾਸ ਸਾਹਿਬ ਜੀ
ਜਿਨ੍ਹਾਂ ਮਹਾਨ ਸੇਵਾਵਾਂ ਕੀਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਆਪਣੇ ਹੱਥਾਂ ਨਾਲ ਲਿਖਿਆ। ਅੰਤਮ ਸਮਾਂ ਆਇਆ, ਗੋਇੰਦਵਾਲ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਸਤਿਗੁਰੂ ਪੁੱਛਦੇ ਨੇ, ਭਾਈ ਜੀ ਮੁਕਤੀ ਚਾਹੀਦੀ ਹੈ? ਕਹਿਣ ਲੱਗਾ, ਦਾਤਾ ਬੈਕੁੰਠ ਵਿੱਚ ਤੇ ਬੈਠੇ ਆ, ਇਸ ਤੋਂ ਅੱਗੇ ਮੁਕਤੀ ਹੋਰ ਕਿਹੜੀ? ਤੇ ਜਿਹੜੀ ਗੱਲ ਉਹਨਾਂ ਨੇ ਕਹੀ ਬੜੀ ਕਮਾਲ, ਇਹ ਮੈਂ ਸਮਝਦਾ ਪਰਖ ਸੀ। ਜਿਵੇਂ ਮਰਦਾਨਿਆਂ ਤੇਰਾ ਕੀ ਕਰੀਏ? ਕਹਿੰਦੇ ਨੇ ਮੁਕਤੀ। ਕਹਿਣ ਲੱਗੇ ਮੁਕਤੀ ਵਿੱਚ ਤੇ ਬੈਠੇ ਆ, ਤੁਹਾਡੇ ਚਰਨਾਂ ਤੋਂ ਅੱਗੇ ਕਿਹੜੀ ਮੁਕਤੀ ਹੈ? ਕਹਿਣ ਲੱਗੇ ਖੁੱਲੇ ਰਹਿਣ ਨਾਲੋਂ ਬਾਜ ਬੱਜਾ ਹੀ ਚੰਗਾ, ਜੀਵ ਘਾਤ ਨਾ ਕਰੇਗਾ। ਖੁੱਲੇ ਰਹਿਣ ਨਾਲੋਂ ਚੱਕਵੇ ਬੰਦ ਹੀ ਚੰਗੇ ਨੇ, ਰਾਤ ਵਿਛੋੜਾ ਨਾ ਪਵੇਗਾ। ਖੁੱਲੇ ਸੇ ਬੰਧਨ ਬਿਖੇ ਪਲੋ ਹੈ ਸੀ ਚਾਨੇ, ਜਾਂਤੇ ਜੀਵ ਘਾਤ करे ना बेकार होए आ भाई। खुले से बंधन बिखे चक्कई भली सो जानते, राम रेख मेट निष्प्रिय संग पा भाई। खुले से बंधन बिखे भलो है सूआ प्रसिद्ध तोता। बंद ठीक है, कहते ने खुले से बंधन बिखे भलो है सूआ प्रसिद्ध। सोहने उपदेश राम नाम लिव लव। तुसी उड़दा आजाद तोता राम राम करदा कदी नहीं वेख्या हो, पिंजरे दा ही करता है, उसे नूं सिखाया जांदा। मोख पदवी से तैसे मानस जन्म भलो, गुरमुख होए साध संग प्रभ ध्यावै। मैं संगत तो विछड़ के कोई मोख नहीं चाहुंदा, मैनू जिथे रखो संगत विच रखो। वार वार भावें आवां पर संगत तो दूर ना होवां। मिल सत संगत खोज दसाई, विच संगत हर प्रभ वसै जियो। ये तुहाडा बैकुंठ है, ये सचखंड है। उन्होंने कहा सचखंड होना, तू सच दा खंड बन जा, रब आके वस जाएगा। सचखंड वसै निरंकार। झूठ दा खंड हो के सचखंड विच किथे जाएगा? रब वसदा सचखंडियां दे अंदर। इथे कह उथे फिर आनंद है। जिथे परमात्मा बैठ जाए उथे ते सुख ही सुख है, उथे आनंद ही आनंद है। मेरे मन बासबो गुरु गोबिंदे, जहां सिमरन भयो है ठाकुर, तहां नगर सुख आनंद रहो। जहां बिसरै ठाकुर प्यारो, तहां दुख सब आपद। जिथा जहां दा अर्थ है जिस थां तो, जिस हिरदे विचों, जिस शरीर नगर विचों। जै तन बाणी विसर जाए, ज्यों पक्का रोगी वेल आए। परमात्मा विसर गया, ठाकर प्यारा विसर गया, उथे ते दुख है, उथे आपद, उथे विपता है। जह गुण गाए आनंद मंगल रूप, तहां सदा सुख संपद। जिथे गुण गाए जान आनंद मंगल होए, मंगल रूप परमात्मा दे गुण गाए जान, उथे आनंद है, उथे सदा सुखां दी संपत्ति है। उथे सुख ही सुख होना, सुखां दा धन है। जहां सरवण हर कथा न सुनिए, ते महाभयान उद्यानंत। जिथे परमात्मा दा सिमरन नहीं, कथा नहीं सरवण कीती जांदी, रब दी कथा अमृत कथा श्रेष्ठ उत्तम। गुर बचनी सहजे चाखी, तै भया प्रकाश मिटिया अंधियारा, जो सूरज रैन के राखे। एक दिन पार्वती ने शिव जी नूं कह दिता, तुसी अमर हो, मैं जमदी मरदी रहनी आ, मैनू भी कर दिओ। कहन लगे मैनू एक कथा आउंदी, मैं तेनू सुनाउना, तू अमर हो जाएंगी, पर सुन लई। कहन लगे हाँ, पर नाल प्रबंध भी कीता, कोई तीजा होर ना सुन लवे। धन मेरे सतगुरु एक ते अमर कथा सुनाई ते सुना रहे ने, सदा चलती रहेगी। ते क्या सारा जगत ही सुने। अमरनाथ कथा शुरू होई, पर भागां दी गल है कि जिसनों सुनाउणा सी वो शुरू होंदे ही सौ गई। ते सुनदा रहा तोता, वो हूं हूं करदा रहा। हुण शामत तोते दी आ गई, ये अमर हो गया, इनू मार दईए।
ਐਸੇ ਕਮਾਲ ਗੱਲ ਹੈ ਕਿ ਨਾਲੇ ਆਪ ਹੀ ਕਥਾ ਸੁਣਾਈਏ ਤੇ ਅਮਰ ਹੋ ਗਿਆ ਤੇ ਮਰੇਗਾ ਕਿਵੇਂ? ਨਹੀਂ ਇਹਨੂੰ ਮਾਰ ਦਈਏ ਤੇ ਉਹ ਭਰੋਸਾ ਉਹਨੂੰ ਵੀ ਨਹੀਂ ਉੱਡਿਆ ਜਾ ਰਿਹਾ ਕਿਤੇ ਮਾਰ ਨਾ ਦੇਵੇ। ਖੈਰ ਉਸ ਕਥਾ ਨਾਲ ਤੇ ਜੋ ਸਵਰਿਆ ਗੁਰੂ ਨੇ ਜਿਹੜੀ ਕਥਾ ਦਿੱਤੀ ਉਹਨਾਂ ਨੇ ਕਿਹਾ ਨੇਤੀ ਕਰ ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਸੁਣ ਹਰ ਕਥਾ ਉਤਾਰੀ ਮੈਲ ਕਥਾ ਸੁਣਤ ਮਲ ਸਗਲੀ ਖੋਵਾ। ਇਹ ਕਥਾ ਜੋ ਰੱਬ ਦੀ ਕਥਾ, ਰੱਬ ਦੀ ਮਹਿਮਾ, ਰੱਬ ਦੇ ਕੀਰਤੀ ਜਿੱਥੇ ਨਹੀਂ ਸੁਣੀ ਜਾਂਦੀ ਉੱਥੇ ਤੇ ਮਹਾ ਭਿਆਨ ਉਦਿਆਨ ਹੁੰਦਾ ਜੰਗਲ ਉਦਿਆਨੰਦ। ਨੰਦ ਸ਼ਬਦ ਜਿਹੜਾ ਅਖੀਰ ਲਾਏ ਕਾਫੀਏ ਬੜੇ ਕਮਾਲ, ਬਹੁਤ ਵੰਨਗੀਆਂ ਮਿਲਦੀਆਂ ਨੇ। ਤੁਮਨ ਛੇ ਬਣਛੇ ਸਤਿਗੁਰਾਂ ਨੇ ਇੱਥੇ ਇਹ ਕਮਾਲ ਜਿਵੇਂ ਸਾਜਨ ਅੜਾ ਜਾਨੀ ਅੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਸੀਆਂ ਕਾ ਬਣ ਗਈਆਂ ਨੇ ਅਸ਼ਸ਼ ਕਰ ਉੱਠਦੇ ਨੇ। ਅਨਮਤੀਏ ਵੀ ਕਹਿੰਦੇ ਨੇ ਕਮਾਲ ਕਾਫੀ ਸਤਿਗੁਰਾਂ ਨੇ ਲੱਭੇ ਨੇ। ਇੱਥੇ ਨਾਲ ਇਹ ਜੋੜਿਆ ਹੈ ਜਹਾਂ ਸਰਵਣ ਹਰ ਕਥਾ ਸੁਣੀਐ ਨਾ ਸੁਣੀਐ ਤੇ ਮਹਾ ਭਿਆਨ ਉਦਿਆਨੰਦ। ਉੱਥੇ ਮਹਾ ਭਿਆਨਕ ਜੰਗਲ ਹੈ। ਇੱਕ ਪੰਕਤੀ ਮੈਂ ਆਪ ਨੂੰ ਸੁਣਾ ਦਿਆਂ, ਪੜਾਂਗਾ ਤੇ ਜਾਪੇਗਾ ਸਭ ਨੂੰ ਯਾਦ ਹੈ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ। ਸੋਨੇ ਦੇ ਚੌਬਾਰੇ ਰੜਾ ਮੈਦਾਨ ਵੀ ਇਹ ਵੇਖ ਲਿਆ ਕਿ ਨਾਮ ਜਪਿਆ ਇਹਨਾਂ ਤੇ ਕੱਲ ਨੂੰ ਚੁਬਾਰੇ ਬਾਣੀ ਜਾਣੇ। ਵਾਕਈ ਉਜਾੜਾਂ ਚ ਜਪਿਆ ਗਿਆ, ਅੱਜ ਉੱਥੇ ਸੋਨੇ ਦੇ ਚੁਬਾਰੇ ਬਣੇ ਪਏ ਨੇ। ਜਿੱਥੇ ਨਾਮ ਜਪੀਏ ਪਰ ਪਿਆਰੇ ਸੇ ਅਸਥਲ ਸੋਨ ਚੁਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜੀ। ਨਾਮ ਤੋਂ ਬਗੈਰ ਕੀ ਹੁੰਦਾ? ਬੰਦੇ ਤੇ ਪਸ਼ੂਪਣ ਦਾ ਪ੍ਰਭਾਵ ਪੈ ਜਾਂਦਾ ਜ਼ਿਆਦਾ। ਜੀਵਨ ਬਣ ਜਾਂਦਾ ਜੰਗਲ। ਜੰਗਲ ਚ ਕੀ ਹੁੰਦਾ? ਤਰਤੀਬ ਕੋਈ ਨਹੀਂ ਹੁੰਦੀ। ਪਸ਼ੂ ਕਿਰਦੇ ਕੀ ਨੇ? ਮਾੜਿਆਂ ਨੂੰ ਜਾਂ ਦਬਾ ਕੇ ਭਜਾ ਦਿੰਦੇ ਨੇ ਜਾਂ ਉਹਨਾਂ ਨੂੰ ਖਾ ਹੀ ਜਾਂਦੇ ਨੇ। ਤੇ ਜਿੱਥੇ ਬੰਦਾ ਹੀ ਬੰਦੇ ਨੂੰ ਖਾ ਜਾਏ, ਮਾੜਿਆਂ ਨੂੰ ਦਬਾਈ ਜਾਣ, ਫਿਰ ਜੰਗਲ ਹੀ ਹੋ ਗਿਆ। ਉਹ ਵਸੇਬਾ ਤੇ ਨਾ ਰਹਿ ਗਿਆ। ਵਸਤੀ ਤੇ ਇੱਕ ਹੈ ਜਿੱਥੇ ਪ੍ਰੇਮ ਹੀ ਪ੍ਰੇਮ ਹੋਵੇ, ਪਿਆਰ ਹੀ ਪਿਆਰ ਹੋਵੇ। ਗੁਰੂ ਨੇ ਇੱਕ ਐਸਾ ਨਗਰ ਵਸਾਇਆ ਸੀ, ਇੱਕ ਐਸਾ ਪਰਿਵਾਰ ਪੰਥ ਪਰਿਵਾਰ ਬਣਾਇਆ ਸੀ। ਕਿਹਾ ਸੀ ਹਰ ਇੱਕ ਦੂਸਰੇ ਦਾ ਦੁੱਖ ਝੋਲੀ ਚ ਪਾਉਣ ਵਾਸਤੇ ਤਿਆਰ ਹੋਵੇਗਾ, ਵੰਡ ਕੇ ਛਕੇਗਾ। ਇਹ ਵੰਡ ਕੇ ਛਕਣਾ ਮੇਰਾ ਪ੍ਰਸ਼ਾਦੇ ਤੱਕ ਹੀ ਨਹੀਂ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਰਾਂ ਜੋ ਹੁਣੇ ਕਿਹਾ, ਵੈਸੇ ਜੇ ਸਮਝ ਲਈਏ ਨਾ, ਗੱਲ ਹੈ ਸਮਝਣ ਦੀ। ਤੁਹਾਨੂੰ ਬੇਨਤੀ ਕਰਾਂ ਵੀ 3 ਬੱਚੇ ਨੇ ਪਾਲਣਾ ਪਿਆ, ਜੇ 4 ਹੁੰਦੇ ਇੱਕ ਹੋਰ ਹੁੰਦਾ ਫਿਰ ਵੀ ਤਾਂ ਮੈਂ ਪਾਲਣਾ ਸੀ ਨਾ। ਤੇ ਕਿਸੇ ਦਾ ਹੀ ਆਪਣਾ ਗਰੀਬ ਦਾ ਸਮਝ ਲਵਾਂ, ਜੇ ਮੈਂ ਇਹ ਸਮਝ ਲਵਾਂ ਇਹ ਵੀ ਮੇਰਾ, ਇਹ 2 ਧੀਆਂ ਹੋਰ ਹੁੰਦੀਆਂ ਤਾਂ ਵੀ ਤੇ ਉਹਨਾਂ ਨੂੰ ਪਾਲਣਾ ਸੀ। ਤੇ ਜੇ ਸਾਰਾ ਹੀ ਸਮਝ ਲਿਆ, ਗੁਰੂ ਸਾਹਿਬ ਨੇ ਉਹ ਸਮਝਿਆ ਸੀ। ਉਹ ਕਹਿੰਦੇ ਸਨ ਸਭ ਆਪਣੇ ਨੇ, ਕੋਈ ਬਗਾਨਾ ਨਹੀਂ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੇ ਲੈ ਮਿਲਾਏ ਜੀਓ। ਵਿਦਿਆ ਵੀ ਵੰਡ ਕੇ ਛਕ। ਆਪਣੇ ਬੱਚਿਆਂ ਦਾ ਤੇ ਬੜਾ ਫਿਕਰ ਹੈ। ਬਹੁਤ ਵੱਡਾ ਵੱਡੇ ਵਿਦਿਆ ਪੀਠ ਇੱਕ ਯੂਨੀਵਰਸਿਟੀ ਚ ਮੈਨੂੰ ਮੌਕਾ ਮਿਲਿਆ, ਮੈਂ ਬੇਨਤੀ ਕੀਤੀ ਵੀ ਗੁਰੂ ਸਾਹਿਬ ਜੀ ਨੇ ਵਿਦਿਆ ਦਾ ਜਿਹੜਾ ਮੰਤਵ ਹੈ ਦੱਸਿਆ ਹੀ ਪਰਉਪਕਾਰ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪਾਵੇ ਮਾਂ। ਆਪਣੇ ਬੱਚੇ ਪੜ੍ਹਾਏ ਤੇ ਕੀ ਵਿਦਿਆ ਜੇ ਪਰਉਪਕਾਰੀ ਨਹੀਂ। ਹੁਣ ਸੱਚ ਇਹ ਹੈ, ਇੱਕ ਟੀਚਰ ਵੀ ਜਿਵੇਂ ਆਪਣੇ ਬੱਚੇ ਨੂੰ ਆ ਕੇ ਵੇਖਦਾ, ਇਹਦੇ ਸਬਜੈਕਟ ਜਿਹੜੇ ਨੇ ਇਹ ਠੀਕ ਨੰਬਰ ਆਉਣਗੇ, ਠੀਕ ਪੜ੍ਹਦਾ, ਕਦੀ ਪੜ੍ਹਾਉਂਦਿਆਂ ਦੂਸਰਿਆਂ ਦੇ ਬੱਚਿਆਂ ਨੂੰ ਵੀ ਵੇਖਿਆ। ਇਹ ਜਿਹਨਾਂ ਨੂੰ ਮੈਂ ਪੜ੍ਹਾ ਰਿਹਾ ਇਹਨਾਂ ਦੇ ਨੰਬਰ ਕਿੰਨੇ ਕੁ ਆਉਣਗੇ, ਇਹਨਾਂ ਦਾ ਕੀ ਹਾਲ ਹੋਵੇਗਾ। ਵੈਸੇ ਸਮੁੱਚਾ ਸਿੱਖ ਪੰਥ ਇੱਕ ਤਹਈਆ ਕਰ ਲਵੇ। ਮੈਂ ਤੇ ਹੋਰ ਬੇਨਤੀ ਕਰਾਂ, ਬੱਚਿਆਂ ਦੀ ਗੱਲ ਨਹੀਂ, ਮੈਂ ਕਹਿੰਦਾ ਕੋਈ ਬੁੱਢਾ ਵੀ ਅਨਪੜ੍ਹ ਨਹੀਂ ਰਹਿਣਾ ਚਾਹੀਦਾ। ਹਰ ਇੱਕ ਨੂੰ ਪੜ੍ਹਨਾ ਚਾਹੀਦਾ, ਹਰ ਇੱਕ ਨੂੰ। ਗੁਰੂ ਸਾਹਿਬ ਜੀ ਨੇ ਕਿਹਾ ਸੀ
ਗੁਰਮੁਖੀ ਅੱਖਰ ਉਸ ਵੇਲੇ ਜ਼ਿਆਦਾ ਪ੍ਰਚਾਰ ਸੀ। ਗੁਰਮੁਖੀ ਅੱਖਰ ਜੋ ਹੈ ਭਾਈ ਸਿੱਖ ਸਿੱਖ ਤੇ ਸਿੱਖੇ ਜਾਏ। ਗੁਰਮੁਖੀ ਅੱਖਰ ਪੜੋ, ਬਾਣੀ ਪੜੋ। ਇੱਥੇ ਤੱਕ ਭਾਈ ਗੁਰਦਾਸ ਜੀ ਨੇ ਪਹਿਲੇ ਕਹਿ ਦਿੱਤਾ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸੇ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਯਕੀਨ ਜਾਣਨਾ। ਉਹ ਫੁੱਲ ਵਿਚਾਰੇ ਜਿਨ੍ਹਾਂ ਨੇ ਖਿੜ ਕੇ ਬਹੁਤ ਸੁਗੰਧੀ ਦੇਣੀ ਸੀ, ਉਸੇ ਤਰ੍ਹਾਂ ਹੀ ਮੁਰਝਾ ਗਏ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਪਤਾ ਨਹੀਂ ਕਿੱਡੇ ਕਿੱਡੇ ਮਹਾਨ ਉਹ ਬਣਦੇ ਜੇਕਰ ਉਹ ਪੜ ਜਾਂਦੇ, ਉਹਨਾਂ ਨੂੰ ਅਵਸਰ ਮਿਲਦਾ। ਇਹ ਅਵਸਰ ਬਣਾਉਣਾ ਰੱਬ ਨੇ ਧਨ ਦਿੱਤਾ ਤੇ ਵੰਡ ਕੇ ਛਕਣ ਦਾ ਭਾਵ ਧਨ ਕਰਕੇ ਵੀ ਹੈ, ਬਲ ਕਰਕੇ ਵੀ ਹੈ, ਵਿਦਿਆ ਕਰਕੇ ਹੀ ਹੈ। ਗੁਰੂ ਨਾਨਕ ਦੇਵ ਜੀ ਨੇ ਇੱਕ ਬਚਨ ਕਿਹਾ ਸੀ, ਮੈਂ ਸੁਣਾ ਕੇ ਅੱਗੇ ਚੱਲਾਂ। ਕਹਿਣ ਲੱਗੇ, ਮਰਦਾਨਿਆਂ, ਜਿਹੜਾ ਕਿਸੇ ਨੂੰ ਵਿਖਾ ਕੇ ਖਾਂਦਾ ਕਿ ਆ ਵੇਖ ਮੇਰੇ ਕੋਲ ਹੈ ਤੇ ਦਿੰਦਾ ਨਹੀਂ, ਉਹਨਾਂ ਕਿਹਾ ਵਿਖਾ ਕੇ ਖਾਣਾ ਸ਼ਰਮਿੰਦਗੀ। ਦੂਸਰੀ ਗੱਲ ਕਹੀ ਲੁਕਾ ਕੇ ਖਾਣਾ ਬੰਦਗੀ। ਲੁਕਾ ਕੇ ਖਾਣਾ ਭਾਵੇਂ ਉਹ ਧਨ ਹੈ, ਵਿਦਿਆ ਹੈ, ਕੁਛ ਹੈ, ਲੁਕਾ ਕੇ ਖਾਣਾ ਲੁਕਾ ਕੇ ਖਾਣਾ ਗੰਦਗੀ, ਤੇ ਵੰਡ ਕੇ ਛਕਣਾ ਜਿਹੜਾ ਵੰਡ ਕੇ ਖਾਣਾ ਬੰਦਗੀ। ਜੋ ਕੁਛ ਕੋਲ ਹੈ ਇੱਕ ਪ੍ਰਮਾਣ ਹੋਰ ਦੇ ਦਿਆਂ। ਸੁਭਾਵਕ ਗੱਲ ਚੱਲ ਪਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਅੰਮ੍ਰਿਤਪਾਨ ਕਰਾਇਆ ਤੇ ਗੁਰੂ ਸਾਹਿਬ ਜੀ ਨੇ ਆਪਣਾ ਖੰਡਾ ਦੇ ਦਿੱਤਾ। ਉਹ ਗਾਤਰਾ ਉਹਨੇ ਪਾ ਲਿਆ। ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਸਿੰਘਾਂ ਨੇ ਲਾ ਲਿਆ। ਤੇ ਉਹ ਬੜਾ ਵਿਚਾਰਾ ਉਦਾਸ ਨਿਰਾਸ਼ ਹੋ ਕੇ ਕਹਿਣ ਲੱਗਾ, ਬਾਦਸ਼ਾਹ ਨਾ ਤੁਹਾਡੀ ਇੱਜ਼ਤ ਰਹੀ ਨਾ ਮੇਰੀ। ਹੱਸ ਪਏ, ਕਹਿਣ ਲੱਗੇ ਮੇਰੀ ਇੱਜ਼ਤ ਨੂੰ ਤੇ ਕੋਈ ਫਿਕਰ ਨਹੀਂ, ਤੇ ਤੂੰ ਸਮਝ ਪਈ ਤੇਰੀ ਇੱਜ਼ਤ ਕੀ ਹੈ। ਕਹਿਣ ਲੱਗਾ ਜੀ ਇਹਨਾਂ ਲਾ ਲਿਆ। ਕਹਿਣ ਲੱਗੇ ਪਰਿਵਾਰ ਦੀ ਮਰਿਆਦਾ ਪਹਿਲਾ ਲੈਸਨ ਨਹੀਂ, ਪਹਿਲਾ ਸਬਕ ਹੈ। ਕਿਸੇ ਦਾ ਇੱਕ ਦਾ ਕੁਛ ਨਹੀਂ, ਇਹ ਸਭ ਕੁਝ ਪੰਥ ਦਾ। ਵੀ ਮੇਰੇ ਗੱਲ ਹੋਵੇ ਤਾਂ ਵੀ ਪੰਥ ਦਾ, ਇਹਨਾਂ ਦੇ ਗੱਲ ਹੋਵੇ ਤਾਂ ਵੀ ਪੰਥ ਦਾ, ਤੇਰੇ ਗੱਲ ਹੋਵੇ ਤਾਂ ਵੀ ਪੰਥ ਦਾ। ਕੋਈ ਚੀਜ਼ ਆਪਣੀ ਨਾ ਸਮਝੇ, ਸਮੁੱਚੇ ਪੰਥ ਦੀ ਸਮਝੇ। ਕਦੀ ਸਿੱਖ ਨੇ ਸਮਝਿਆ ਸੀ। ਫਿਰ ਤੇ ਦੂਸਰੇ ਦੇ ਬੱਚੇ ਵੀ ਆਪਣੇ ਨੇ, ਦੂਸਰੇ ਦੀਆਂ ਧੀਆਂ ਵੀ ਆਪਣੀਆਂ ਨੇ, ਕਿਉਂਕਿ ਮੇਰਾ ਕੁਛ ਨਹੀਂ, ਸਮੁੱਚੇ ਪੰਥ। ਇਹਨੂੰ ਕਹਿੰਦੇ ਆ ਪੰਥਕ ਸੋਚ। ਹੈ ਤੇ ਠੀਕ, ਇੱਕ ਅੰਗ ਵੀ ਜੇਕਰ ਦੁਖਦਾ ਨਾ, ਇੱਕ ਉਂਗਲੀ ਦੁਖਦੀ ਹੈ ਨਾ, ਮੈਨੂੰ ਸੌਣ ਨਹੀਂ ਦੇਣਾ। ਇੱਕ ਸਿੱਖ ਵੀ ਦੁਖੀ ਹੈ ਤੇ ਪੰਥ ਸੁਖੀ ਕਿੱਥੋਂ ਹੋ ਜਾਏਗਾ। ਤੇ ਇੱਕ ਇੱਕ ਦਾ ਧਿਆਨ ਰੱਖ। ਇਹ ਸਾਰੇ ਸਿੱਖ ਰਲ ਕੇ ਤੇ ਪੰਥ ਬਣਦੇ ਨੇ। ਹੁਣ ਪੰਥ ਕਿੱਥੋਂ ਬਣ ਜਾਏਗਾ? ਪੰਥ ਸ਼ਬਦ ਨੂੰ ਵੇਖੋ, ਪੰਥੀ ਰਲਣਗੇ ਤੇ ਪੰਥ ਬਣੇਗਾ ਤੇ ਸੁਖੀ ਹੋਣਗੇ, ਪੰਥ ਸੁਖੀ ਹੋਵੇਗਾ। ਇੱਥੇ ਸਤਿਗੁਰਾਂ ਨੇ ਫਰਮਾਇਆ, ਕਹਿੰਦੇ ਨੇ ਭਾਈ ਇਹਨੂੰ ਅਸੀਂ ਬਾਗ ਬਣਾਉਣਾ, ਜੰਗਲ ਨਹੀਂ ਬਣਾਉਣਾ। ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ। ਮਨ ਖਿੜਿਆ ਹਰਿਆ ਬਾਗ, ਹਰ ਇੱਕ ਦਾ ਮਨ ਹਰਿਆ ਬਾਗ ਹੋਵੇ, ਖਿੜਿਆ ਹੋਵੇ, ਉਜਾੜਾ ਨਹੀਂ ਪਾਉਣਾ, ਵਸੇਬਾ ਬਣਾਉਣਾ। ਕਹਿੰਦੇ ਨੇ ਸਾਧ ਸੰਗਤ ਕੈ ਬਸ ਬਹਿ, ਕਲ ਮਲ ਸਭ ਨਸਣਾ। ਇੱਥੇ ਵਸਣ ਨਾਲ ਹਿਰਦਾ ਵੀ ਵਸੇਗਾ, ਇੱਕ ਬਾਗ ਬਣ ਜਾਏਗਾ। ਬਿਨ ਸਿਮਰਨ ਜੇਕਰ ਬੰਦਾ ਕੁਛ ਵੀ ਕਰ ਲੈ, ਇੱਥੇ ਤੱਕ ਹੈ ਕਿ ਹਰ ਬਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਟ ਤੁਹਾਰੀ। ਅਗਲੀ ਪੰਕਤੀ, ਬਿਨ ਸਿਮਰਨ ਜੋ ਜੀਵਨ ਬਲਣਾ, ਬਲਣਾ ਦਾ ਅਰਥ ਹੁੰਦਾ ਗੁਜ਼ਰਨਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੇ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੇ। ਮੈਂ ਕਹਿੰਦਾ ਖੂਹ ਹੀ ਚੰਗਾ, ਪਾਣੀ ਪੀਣ ਦੇ ਕੰਮ ਤੇ ਆਉਂਦਾ। ਸਮੁੰਦਰ ਨੂੰ ਕੀ ਕਰੀਏ ਜਿਸ ਦਾ ਪਾਣੀ ਪੀਣ ਦੇ ਹੀ ਕੰਮ ਨਹੀਂ ਆਉਂਦਾ। ਇੱਕ ਬੰਦੇ ਕੋਲ ਸਮੁੰਦਰ ਜਿੰਨਾ ਧਨ ਹੈ, ਕਿਸੇ ਗਰੀਬ ਦੇ ਮੂੰਹ 'ਚ ਇੱਕ ਬੁਰਕੀ ਵੀ ਨਹੀਂ ਪਾਈ ਤੇ ਕੀ ਕਰਨਾ ਉਸ ਸਮੁੰਦਰ ਨੂੰ? ਉਸ ਦੇ ਨਾਲੋਂ ਉਹ ਚੰਗਾ। ਬੜੀ ਪਿਆਰੀ ਇੱਕ ਗੱਲ ਯਾਦ ਆਈ। ਗਿਆ ਵੱਡਿਆਂ ਦੇ ਕੋਲ, ਗਿਆ ਉਹ ਥਾਂ ਥਾਂ ਤੇ ਰੋਟੀ ਨਾ ਮਿਲੇ ਤੇ ਮਸੀਤੇ ਤੁਰ ਗਏ ਆ। ਉਹਨੇ ਕਿਹਾ ਇੱਥੋਂ ਕੱਖ ਨਹੀਂ ਲੱਭਣਾ ਤੈਨੂੰ, ਰੱਬ ਦਾ ਘਰ ਹੈ। ਕਹਿਣ ਲੱਗਾ ਰੱਬ ਦੇ ਘਰੋਂ ਨਾ ਮਿਲਿਆ ਤੇ ਕਿੱਥੋਂ ਮਿਲੇਗਾ? ਤੁਹਾਡੀ ਮਰਜ਼ੀ। ਅੱਗੇ ਤੁਰਿਆ ਜਾ ਰਿਹਾ ਸੀ ਤੇ ਭੱਠੇ, ਉਹ ਭੱਠੀ ਤੇ ਮਾਈ ਦਾਣੇ ਭੁੰਨੇ ਪਏ। ਉਹਨੇ ਵੇਖਿਆ ਦਰਵੇਸ਼, ਕਹਿਣ ਲੱਗੇ ਆ ਜਾ ਦਰਵੇਸ਼, ਆ ਜਾ, ਆ ਲੈ ਦਾਣੇ। ਉਹਨੇ ਦਾਣੇ ਦਿੱਤੇ ਤੇ ਗੱਲ ਕਹੀ। ਕਹਿਣ ਲੱਗਾ ਵਾਹ ਪ੍ਰਮਾਤਮਾ, ਰਹਿਣਾ ਕਿਸੇ ਥਾਂ ਤੇ ਐਡਰੈਸ ਕਿਸੇ ਹੋਰ ਥਾਂ ਦਾ ਲਿਖਿਆ ਹੋਵੇ।
ਰਹਿਨੇ ਭੱਠੀ ਤੇ ਐਡਰੈਸ ਲਿਖਿਆ ਮਸਜਿਦ ਦਾ। ਉੱਥੇ ਮੈਂ ਗਿਆ, ਉੱਥੇ ਤੇ ਲੱਭਾ ਹੀ ਕੋਈ ਨਹੀਂ। ਤੂੰ ਤੇ ਇੱਥੇ ਬੈਠਾ ਹੋਇਆ। ਮੈਂ ਕਹਾਂ ਜੇ ਕਿਨਕੇ ਚੋਂ ਕਿਨਕਾ ਵੀ ਕੋਈ ਵੰਡਦਾ ਹੈ ਨਾ, ਜਿਵੇਂ ਤਿਲ ਸਤਿਗੁਰਾਂ ਵੰਡ ਦਿੱਤਾ ਸੀ, ਉਹ ਸਿੱਖਾ। ਇੱਥੇ ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ, ਕਹਿੰਦੇ ਨੇ ਜੰਗਲ ਨਾ ਜੀਵਨ ਬਣੇ, ਉਜਾੜ ਨਾ ਬਣੇ, ਪਸ਼ੂਆਂ ਵਾਲਾ ਵਿਵਹਾਰ ਦੂਸਰਿਆਂ ਨਾਲ ਨਾ ਕੀਤਾ ਜਾਏ, ਗੁਰ ਭਾਈਆਂ ਵਾਲਾ ਕੀਤਾ ਜਾਏ। ਜੇ ਕਰੇ ਰੱਬ ਭੁੱਲ ਗਿਆ। ਜਿੱਥੇ ਪ੍ਰਮਾਤਮਾ ਦੇ ਗੁਣ ਗਾਏ ਉੱਥੇ ਤੇ ਆਨੰਦ ਹੈ, ਪਰ ਜਿੱਥੇ ਜਹਾਂ ਸਰਵਨ ਹਰ ਕਥਾ ਨਾ ਸੁਣੀਐ ਤੈ ਮਹਾ ਭਿਆਨ ਉਦਿਆਨੰਦ। ਜਹਾਂ ਕੀਰਤਨ ਸਾਧ ਸੰਗਤ ਰਸ ਤੈ ਸਗਨ ਬਾਸ ਫਲਾਨੰਦ। ਜਿੱਥੇ ਰੱਬ ਦੀ ਕੀਰਤੀ ਹੈ, ਕੀਰਤਨ ਹੈ, ਸਾਧ ਸੰਗਤ ਹੈ, ਸੰਗਤ ਵਿੱਚ ਰਸ ਆ ਕੇ, ਉੱਥੇ ਕਹਿੰਦੇ ਨੇ ਸਗਨੀ ਬਾਸ, ਬੜੀ ਚੰਗੀ ਸੁਗੰਧੀ ਹੈ, ਉੱਥੇ ਫਲਾਂ ਦਾ ਆਨੰਦ ਹੈ। ਸਮਝੋ ਤੁਸੀਂ ਚੰਗੇ ਤੋਂ ਚੰਗੇ ਫਲ ਖਾ ਲੈ। ਸਤਿਗੁਰਾਂ ਦਾ ਬਚਨ ਹੈ, ਕਹਿੰਦੇ ਨੇ ਸਭ ਰਸ ਮਿੱਠੇ ਮੰਨਿਆ, ਸੁਣਿਆ ਸਾਲੋਣੇ, ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ, 36 ਅੰਮ੍ਰਿਤ ਪਾਓਏ, ਜਾਂ ਕੋ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੈ ਤਨ ਪੀੜੀਐ, ਮਨ ਮੈਂ ਚਲੇ ਵਿਕਾ। ਏਕ ਨਿਮਕੋ ਗੋਬਿੰਦ ਭਜਨ ਕਰ, ਤੋ ਸਦਾ ਸਦਾ ਜੀਵਾਨੰਦ। ਇੱਕ ਨਿਮਕ ਹੁੰਦਾ ਅੱਖ ਝਮਕਣ ਦਾ ਸਮਾਂ। ਇਹ ਰੱਬ ਦੀ ਯਾਦ ਹੋ ਜਾਏ ਕਰਕੇ ਸਦਾ ਸਦਾ ਵਾਸਤੇ ਜੀਵਨ ਪ੍ਰਾਪਤ ਹੋ ਜਾਂਦਾ। ਇੱਕ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ, ਕਹਿੰਦੇ ਨੇ ਬਿਨ ਸਿਮਰਨ ਜੈਸੇ ਸਰਪ ਆਰਜਾਰੀ। ਸੱਪ ਦੀ ਉਮਰ ਬਹੁਤ ਲੰਬੀ ਹੈ, ਔਰ ਵੇਖਿਆ ਜਾਂ ਤੇ ਸੱਪ ਦੇ ਉੱਤੋਂ ਕੋਈ ਗੱਡੀ ਲੰਘ ਜਾਏ, ਕੋਈ ਜ਼ਖਮ ਹੋ ਜਾਏ, ਮਰ ਜਾਏ, ਵੈਸੇ ਉਂਝ ਬਿਲਕੁਲ ਠੀਕ ਹੋਵੇ। ਸੱਪ ਮਰਿਆ ਕਿਤੇ ਵੇਖਿਆ ਨਹੀਂ। ਉਮਰ ਇਸ ਦੀ ਬਹੁਤ ਲੰਬੀ ਹੈ। ਬਿਨ ਸਿਮਰਨ, ਸਿਮਰਨ ਤੋਂ ਬਗੈਰ ਉਮਰ ਇੰਜ ਜਿਵੇਂ ਸੱਪ ਦੀ। ਸਿਮਰਨ ਨਾ ਹੋਇਆ ਇਨਸਾਨੀਅਤ ਨਹੀਂ ਆਉਣੀ। ਤੇ ਇੱਕ ਵਿਚਾਰ ਹੋਰ ਕਹਾਂ, ਮਨ ਨੂੰ ਜਚੇਗੀ। ਜਿੰਨਾ ਜਿੰਨਾ ਜਨਮਾਂ ਚ ਰਹੇ ਆ, ਸਰੀਰ ਪਿੱਛੇ ਛੱਡ ਆਏ ਆ, ਸੁਭਾਅ ਨਾਲ ਲੈ ਆਏ ਆ। ਕੋਈ ਸੱਪ ਦੀ ਜੂਨ ਚ ਰਿਹਾ ਨਾ, ਸਰੀਰ ਤੇ ਛੱਡ ਆਇਆ, ਡੰਗ ਮਾਰਨ ਦਾ ਸੁਭਾਅ ਨਹੀਂ ਭੁੱਲਿਆ। ਮੌਕਾ ਮਿਲੇ ਉਹਨੇ ਡੰਗ ਮਾਰ ਜਾਣਾ, ਇਹ ਜ਼ਰੂਰ ਪਿਛਲੇ ਜਨਮ ਦਾ ਸੱਪ ਹੈ। ਗਧੇ ਦਾ ਸਰੀਰ ਪਿੱਛੇ ਛੱਡ ਆਇਆ, ਸੁਭਾਅ ਦਲਤੀਆਂ ਮਾਰਨ ਦੀ ਨਾਲ ਆ ਗਈ। ਪਸ਼ੂਆਂ ਦਾ ਸਰੀਰ ਪਿੱਛੇ ਰਹਿ ਗਿਆ, ਲੇਕਿਨ ਸੁਭਾਅ ਨਾਲ ਆ ਗਏ। ਇਹ ਸੁਭਾਅ ਹੀ ਤੇ ਇੱਥੇ ਬੈਠ ਕੇ ਮੁਕਾਉਣਾ ਸੀ ਕਿ ਇਨਸਾਨੀਅਤ ਜਾਗ ਪਵੇ। ਸ਼ੇਖ ਸਾਦੀ ਨੇ ਇੱਕ ਥਾਂ ਤੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਅੱਗ 'ਚ ਜੇਕਰ ਗਰਮੀ ਨਾ ਹੋਵੇ, ਸੇਕ ਨਾ ਹੋਵੇ, ਕਾਹਦੀ ਅੱਗ ਹੈ? ਉਹ ਤੇ ਫਿਰ ਕਿਸੇ ਕਿਤਾਬ ਤੇ ਚਿੱਤਰ ਹੋਵੇਗਾ, ਅੱਗ ਦਾ ਅੱਗ ਨਹੀਂ ਹੋਵੇਗੀ। ਜੇ ਅਗਰ ਵਿੱਚ ਸੁਗੰਧੀ ਨਹੀਂ, ਚੰਦਨ ਵਿੱਚ ਸੁਗੰਧੀ ਨਹੀਂ ਤੇ ਬਾਲਣ ਹੈ ਕਾਹਦਾ? ਚੰਦਨ ਹੈ। ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸਤ। ਇਨਸਾਨ ਵਿੱਚ ਲਾਜ਼ਮੀ ਹੈ ਕਿ ਇਨਸਾਨੀਅਤ ਹੋਵੇ। ਇਨਸਾਨ ਰਾਹ ਇਨਸਾਨੀਅਤ ਲਾਜ਼ਮ ਅਸਤ। ਊਂਦ ਗਰ ਬੂਏ ਨਾ ਬਾਇਦ। ਊਂਦ ਵਿੱਚ ਜੇਕਰ ਸੁਗੰਧੀ ਨਹੀਂ, ਹੇਜ਼ਮ ਅਸਤ, ਉਹਨੂੰ ਤੇ ਬਾਲਣ ਕਹਿਣਾ ਹੈ। ਉਹਦੇ ਵਿੱਚ ਤੇ ਕਿੱਕਰ ਵਿੱਚ ਫਰਕ ਹੀ ਰਹਿ ਗਿਆ। ਬੰਦੇ ਵਿੱਚ ਤੇ ਪਸ਼ੂ 'ਚ ਫਰਕ ਹੀ ਰਹਿ ਗਿਆ। बल्कि इत्थे तक के है, दर्दमंदी के लिए पैदा किया इंसान को, वरना तायत के लिए कुछ कम न थे करो। बंदगी करने वास्ते भी कहते ने देवते घट सन, फरिश्ते घट सन। बंदे नू पैदा कीता है दर्दमंदी वास्ते, सेवा वास्ते। रब नू याद कर, सिमरन करतार दा कर ते सेवा संसार दी कर। जे रब भुल गया, कहते ने बिन सिमरन जैसे सर्प अरजारी, त्यों जीवै साकत नाम विसारे। बिन से एक निमख जो सिमरन में जिया, कोट दिन सलाख सदा थिर थिया। बिन सिमरन त्रिग कर्म करास, कीते हुए कर्मां नूं फिटकार है। काग बतन बिष्टा मैं वास, जिवें कां दा मूंह है गंध विच,
बिन सिमरन गर्दब की न्याई, साकत थान भरिष्ठ बराई। बिन सिमरन कूकर हरकाया, साक्त लोभे बंद न पाया। बिन सिमरन है आत्मघाती, साक्त नीच तिस कुल नहीं जाते। जिस पया कृपाल तिस सत्संग मिलाया, कहो नानक गुर जगत तराया। ਜਿਹੜੇ ਰੱਬ ਦੀ ਸ਼ਰਨ ਵਿੱਚ ਆ ਗਏ, ਇੱਕ ਨਿਮਖ ਵੀ ਰੱਬ ਦੀ ਯਾਦ ਆ ਗਈ। ਅਸਲ 'ਚ ਨਿਮਖ ਨਿਮਖ ਕਰਕੇ ਜੀਵਨ ਆ। ਇੱਕ ਨਿਮਖ ਆ ਜਾਏ ਤੇ ਦੂਸਰਾ ਨਿਮਖ ਨਾਲ ਜੁੜਿਆ। ਇੱਕ ਨਿਮਖ ਰਸ ਆ ਗਿਆ ਤੇ ਫਿਰ ਉਹ ਛੱਡੇਗਾ ਨਹੀਂ। ਲੜੀ ਇੱਕ ਵਾਰੀ ਜੁੜ ਜਾਏ, ਇਹ ਛਿਨ ਛਿਨ ਕਰਕੇ ਜੀਵਨ ਬਣਦਾ। ਇੱਕ ਛਿਨ ਵੀ ਰੱਬ ਦੀ ਯਾਦ ਭੁੱਲ ਜਾਏ ਤੇ ਬੜਾ ਵੱਡਾ ਖਤਰਾ। ਇੱਕ ਛਿਣ ਯਾਦ ਆ ਜਾਏ ਤੇ ਬਹੁਤ ਵੱਡੀਆਂ ਆਸਾਂ ਨੇ। ਇੱਕ ਨਿਮਖ ਯਾਦ ਆ ਜਾਏ, ਸਦਾ ਸਦਾ ਲਈ ਜੀਵਨ ਮਿਲਦਾ। ਸ਼ਰਨ 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 ਪ੍ਰਭ ਪਾਵੋ, ਦੀਜੈ ਸਾਧ ਸੰਗਤ ਕਿਰਪਾ ਨਦ। ਸਾਧ ਸੰਗਤ ਦੀ ਕਿਰਪਾ ਨਾਲ ਮੈਂ ਪ੍ਰਭੂ ਦੀ ਪ੍ਰਾਪਤੀ ਕਰ ਲਵਾਂ। ਸ਼ਰਨ 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 3 ਵਾਰ। ਇੱਥੇ ਕੁਝ ਕਹਿਣਾ ਬੜਾ ਜ਼ਰੂਰੀ ਹੈ। ਐਸੇ ਸ਼ਬਦ ਬਹੁਤ ਵਾਰੀ ਆਏ ਨੇ ਤੇ ਕਰਨ ਵਾਲਿਆਂ ਭਾਵਕ ਅਰਥ ਕਰ ਦਿੱਤੇ ਜੀ। ਪਹਿਲੀ ਸ਼ਰਨ ਦਾ ਹੋਰ ਅਰਥ ਹੈ, ਦੂਜੇ ਦਾ ਹੋਰ ਹੈ ਤੇ ਤੀਜੇ ਦਾ ਹੋਰ ਹੈ ਕਿ ਜੀ ਮਨ ਕਰਕੇ ਐਸੀ ਗੱਲ ਕੋਈ ਨਹੀਂ। ਇਹ ਕਾ ਪੂਰਤੀ ਹੁੰਦੀ ਹੈ, ਪਦ ਪੂਰਤੀ ਹੁੰਦੀ ਹੈ। ਇੱਕ ਸ਼ਬਦ ਨੂੰ 2 ਵਾਰੀ 3 ਵਾਰੀ ਵੀ ਵਰਤ ਦਿਓ। ਮੈਂ ਐਸਾ ਵੀ ਸੁਣਿਆ ਸਿਆਣਾ ਆਖੇ ਜੀ 3 ਵਾਰੀ ਪਵਿੱਤਰ ਪਵਿੱਤਰ ਆਖੋ ਤੇ ਇੱਕ ਪੁਨੀਤ ਬਣਦਾ। ਹੱਦ ਹੋ ਗਈ। ਕੋਸ਼ਾਂ ਦੇ ਵਿੱਚ ਉਹੀ ਅਰਥ ਪੁਨੀਤ ਦਾ, ਉਹੀ ਪਵਿੱਤਰ ਦਾ। 3 ਵਾਲੀ ਗੱਲ ਕੋਈ ਨਹੀਂ। ਉਹ ਸਿਰਫ ਗਿਣ ਲਿਆ ਪਵਿੱਤਰ 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 ਪੁਨੀਤ ਨਹੀਂ। ਉਹ ਸਿਰਫ ਪਦ ਪੂਰਤੀ ਵਾਸਤੇ, ਉਸ ਪੰਕਤੀ ਨੂੰ ਪੂਰਾ ਕਰਨ ਵਾਸਤੇ। ਇਹ 3 ਵਾਰੀ ਸ਼ਰਨ ਦੇ ਕੋਈ ਵੱਖ-ਵੱਖ ਅਰਥ ਨਹੀਂ। ਸ਼ਰਨ ਦੇ ਅਰਥ ਸ਼ਰਨ ਹੀ ਨੇ, ਭਾਵੇਂ 3 ਵਾਰੀ ਹੋਵੇ ਭਾਵੇਂ 4 ਵਾਰੀ ਹੋਵੇ, ਕਿਉਂਕਿ ਪੰਕਤੀ ਪੂਰੀ ਕਰਨੀ ਹੈ। ਉਹ ਕਰਨ ਵਾਲੇ ਦੀ ਹੁਣ ਮੌਜ ਹੈ, ਉਸਨੇ ਕਿਵੇਂ ਕਰਨੀ ਹੈ। ਸਤਿਗੁਰਾਂ ਨੇ ਕੀਤਾ ਹੈ ਸ਼ਰਨ 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 ਪ੍ਰਭ ਪਾਵੋ। ਸ਼ਰਨ ਸਿਧਾਂਤ ਕੀ ਇਸ ਨੂੰ ਸਮਝੀਏ। ਜੇ ਥੋੜਾ ਬਹੁਤਾ ਆਪਣਾ ਵੀ ਆਸਰਾ ਹੈ ਨਾ ਕੁਝ, ਫਿਰ ਸ਼ਰਨ ਵਿੱਚ ਨਹੀਂ। ਜੇ ਬੰਦਾ ਇਹ ਚਾਹੁੰਦਾ ਨਾ ਕੁਝ ਗੁਰੂ ਕਰ ਦੇਵੇ, ਕੁਝ ਮੈਂ ਕਰ ਲਵਾਂਗਾ, ਰਲ ਕੇ ਹੋ ਜਾਏਗਾ, ਤੇ ਫਿਰ ਇੰਜ ਨਹੀਂ। ਸ਼ਰਨ ਦਾ ਅਰਥ ਹੈ ਮੈਂ ਪੂਰਨ ਤੌਰ ਤੇ ਸਮਰਪਿਤ ਹਾਂ। ਹੋਏ ਨੇ ਮਾਨੀ ਢਹਿ ਪਈ, ਮਿਲਿਆ ਸਾਹਿ ਸੁਭਾਏ। ਪੂਰਬ ਲਿਖਿਆ ਪਾਇਆ ਨਾਨਕ ਸੰਤ ਸਾਹ, ਵਿੱਚ ਵਿੱਚ ਆਪਣੀਆਂ ਚਤਰਾਈਆਂ ਵੀ ਹੋਣੀਆਂ। ਗੁਰੂ ਸਾਹਿਬ ਜੀ ਨੇ ਇੱਕ ਵਾਰ ਬੜੇ ਹਾਸ ਬਲਾਸ ਵਿੱਚ ਬੜੀ ਸੁੰਦਰ ਗੱਲ ਕਹੀ ਸੀ ਔਰ ਸਮਝਣ ਵਾਲੀ ਹੈ। ਗੁਰੂ ਕੇ ਸਿੱਖ ਕੁਝ ਖੜੇ ਸਨ ਤੇ ਨਾਲ ਉਹਨਾਂ ਦੀਆਂ ਪਤਨੀਆਂ ਵੀ। ਤੇ ਸਤਿਗੁਰੂ ਆ ਗਏ ਤੇ ਕਹਿੰਦੇ ਨੇ ਉਹਨਾਂ ਨੂੰ, ਭਾਈ ਸਿੰਘੋ ਇਹ ਕੌਣ ਨੇ? ਬੀਬੀਆਂ ਵੱਲ ਹੱਥ ਕਰਕੇ ਇਹ ਕੌਣ ਨੇ? ਉਹ ਕਹਿਣ ਲੱਗੇ ਜੀ ਸਾਡੀਆਂ ਸਿੱਖਣੀਆਂ ਨੇ। ਕਹਿਣ ਲੱਗੇ ਅੱਛਾ, ਇਹ ਸਾਡੀਆਂ ਸਿੱਖਣੀਆਂ ਨੇ। ਤੇ ਬੀਬੀਆਂ ਨੂੰ ਪੁੱਛਦੇ ਨੇ, ਕਹਿੰਦੇ ਨੇ ਬੀਬੀਓ ਇਹ ਕੌਣ ਨੇ? ਕਹਿਣ ਲੱਗੇ ਜੀ ਸਾਡੇ ਸਿੱਖ ਨੇ। ਕਹਿਣ ਲੱਗੇ ਤੁਸੀਂ ਇਹਨਾਂ ਦੇ ਸਿੱਖ ਤੇ ਤੁਹਾਡੀਆਂ ਸਿੱਖਣੀਆਂ, ਗੁਰੂ ਕਾ ਸਿੱਖ ਤੁਹਾਡੇ ਚੋਂ ਕੌਣ ਹੈ? ਬਈ ਸਮਝਾਓ। ਪਤਨੀਆਂ ਦੇ ਸਿੱਖ ਹੋ ਜਾਂ ਪਤਨੀਆਂ ਤੁਹਾਡੇ ਸਿੱਖ ਨੇ? ਗੱਲ ਤੇ ਹਾਸ ਬਲਾਸਤੀ ਸੀ ਪਰ ਗੱਲ ਬਿਲਕੁਲ ਠੀਕ। ਕਈ ਵਾਰ ਐਸਾ ਹੁੰਦਾ ਗੁਰੂ ਕੇ ਸਿੱਖ ਬਣਨ ਦੀ ਬਜਾਏ ਪੁੱਤਰ ਦੇ ਸਿੱਖ ਹੀ ਬਣ ਜਾਂਦੇ। ਉਹ ਕੀ ਕੋਈ ਗੱਲ ਪੁੱਤਰ ਦੀ ਮੰਨਣੀ, ਗੁਰੂ ਦੀ ਛੱਡ ਦਿੱਤੀ। ਗੁਰੂ ਦੀ ਗੱਲ ਮੰਨਣ ਦੀ ਬਜਾਏ ਪਤਨੀ ਦੀ ਮੰਨ ਲਈ, ਉਹ ਗਲਤ ਸੀ। ਗੌੜੀ ਰਾਗ ਚੋਂ ਪੜੋ ਤੁਸੀਂ, ਇਹ ਹੈਰਾਨ ਹੋ ਜਾਓਗੇ ਪੜ ਕੇ। ਕਹਿੰਦੇ ਨੇ ਜੋਰਾਂ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ। ਕਾਮ ਵਿਆਪੇ ਨਹੀਂ ਕਿ ਪਤਨੀ ਗੁਰਸਿੱਖ ਹੈ, ਸੱਚ ਕਹਿੰਦੀ ਪਈ ਹੈ ਤਾਂ ਵੀ ਨਾ ਮੰਨੋ। ਨਹੀਂ, ਇੱਕ ਕਾਮੀ ਦੀ ਅਵਸਥਾ ਦੱਸੀ ਹੈ ਕਿ ਕਾਮ ਵਿਆਪੇ ਕਸੁਧ ਨਰ ਸੇ ਜੋਰਾ ਪੁਸ਼ ਚਲਾ। ਜਿਹੜੇ ਗੁਰੂ ਕੇ ਸਿੱਖ ਨੇ ਆਪ ਠੀਕ ਹੋਣ, ਕਹਿੰਦੇ ਨੇ ਧਰਮ ਪਤਨੀ ਨੂੰ ਦੋਵੇਂ ਰਲ ਕੇ ਸਤਿਗੁਰੂ ਕੋਲੋਂ ਪੁੱਛ ਲੈਣੇ ਸੱਚ ਕੀ ਹੈ।
ਜੇਕਰ ਮੈਂ ਸੱਚ ਕਹਿਣਾ ਤੂੰ ਮੰਨ ਲੈ, ਤੇ ਤੂੰ ਜੇ ਸੱਚ ਕਹਿਣੀ ਹੈ ਮੈਂ ਮੰਨ ਲੈਣਾ। ਪਰ ਜੇ ਐਸਾ ਹੋਵੇ ਕਾਮਨ ਲੋੜੇ ਸੋਨਾ ਰੂਪਾ, ਮਿੱਤਰ ਲੋੜੇਨ ਸੋ ਖਾਦਾ ਤਾ। ਸੋਨਾ ਕਿਤੋਂ ਲਿਆ? ਚੋਰੀ ਕਰਕੇ ਲਿਆ। ਪੁੱਤਰ ਕਹਿੰਦਾ ਖਾਣ ਲਈ ਲਿਆ, ਭਾਵੇਂ ਚੋਰੀ ਕਰਕੇ ਲਿਆ। ਕਾਮਨ ਲੋੜੇ ਸੋਨਾ ਰੂਪਾ, ਮਿੱਤਰ ਲੋੜੇਨ ਸੋ ਖਾਦਾ ਤਾ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਪੁਰ ਬਾਧਾ ਤਾ। ਇੱਕ ਪੰਕਤੀ ਭਾਈ ਗੁਰਦਾਸ ਜੀ ਦੀ ਸਰਵਣ ਕਰੋ। ਇਸਤਰੀ ਪੁਰਖ ਹੈ ਦਾਮ ਹਿਤ, ਦਮੜਿਆਂ ਨਾਲ ਪਿਆਰ ਹੈ। ਇਸਤਰੀ ਦਾ ਪੁਰਸ਼ ਦਾ ਭਾਵੇਂ ਆਏ ਕਿਥਾਊ ਜਾਏ, ਜਾਈ ਦਾ ਅਰਥ ਹੈ ਥਾਂ, ਕਿਸੇ ਥਾਂ ਤੋਂ ਆ ਜਾਏ, ਪਾਪ ਕਰਕੇ ਆ ਜਾਏ, ਇਹ ਜਿਹੜਾ ਰਿਸ਼ਤਾ ਹੈ ਇਹ ਠੀਕ ਨਹੀਂ। ਗੁਰੂ ਦੀ ਸ਼ਰਨ ਦਾ ਮਤਲਬ ਇਹ ਹੈ ਕਿ ਮੈਂ ਪਤਨੀ ਦੇ ਮੋਹ ਵਿੱਚ ਗੁਰੂ ਦਾ ਪੱਲਾ ਨਹੀਂ ਛੱਡਾਂਗਾ। ਭਾਈ ਜੋਗਾ ਸਿੰਘ ਦੀ ਸਾਖੀ ਪੜ੍ਹਦੇ ਹੋ, ਜਦੋਂ ਗੁਰੂ ਵੱਲ ਮੂੰਹ ਸੀ ਤੇ ਦੋ ਲਾਵਾਂ ਵੀ ਛੱਡ ਕੇ ਆ ਗਏ। ਤੇ ਜਿਸ ਵੇਲੇ ਹੰਕਾਰ ਦਾ ਪੱਲਾ ਫੜ ਲਿਆ, ਮੇਰੇ ਵਰਗਾ ਸਿੱਖ ਕੋਈ ਨਹੀਂ, ਹੁਣ ਸ਼ਰਨ ਨਾ ਰਹਿ ਗਏ। ਸ਼ਰਨ ਵਿੱਚ ਸੀ ਤੇ ਦੋ ਲਾਵਾਂ ਵੀ ਛੱਡ ਦਿੱਤੀਆਂ ਪਸ਼ਾਵਰ ਵਿੱਚ। ਤੇ ਜਦੋਂ ਸ਼ਰਨ ਤੋਂ ਬਾਹਰ ਆ ਗਿਆ ਹੰਕਾਰ, ਮੈਂ ਵੀ ਕੁਛ ਹਾਂ, ਮੇਰੇ ਵਰਗਾ ਸਿੱਖ ਕੋਈ ਨਹੀਂ, ਸਭ ਦੇ ਸਿਰ ਨੀਵੇਂ ਹੋ ਜਾਣਗੇ। ਜੋਗਾ ਸਿੰਘ ਧੰਨ ਹੈ, ਉਸੇ ਵੇਲੇ ਕੁਰਾਹੇ ਪੈ ਗਿਆ, ਕਿਹੜੇ ਪਾਸੇ ਜਾਣਾ ਪੈ ਗਿਆ। ਸਤਿਗੁਰੂ ਕਹਿੰਦੇ ਨੇ ਸ਼ਰਨ ਦਾ ਅਰਥ ਹੈ ਕੇਵਲ ਸ਼ਰਨ। ਜੋ ਗੁਰੂ ਨੇ ਕਹਿ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈਆ। ਸਿਆਣੇ ਵਿਦਵਾਨਾਂ ਨੇ ਇੱਕ ਗੱਲ ਕਹੀ ਹੈ, ਮੈਂ ਅੱਜ ਇੱਥੇ ਕਹਿ ਦਿਆਂ, ਸੁਭਾਵਕ ਜੁੜ ਕੇ ਬੈਠੇ ਆ। ਕਹਿੰਦੇ ਨੇ ਕਿ ਜਿਹੜਾ ਬੰਦਾ ਆਲਸੀ ਹੈ, ਆਲਸੀ ਬੰਦਾ ਤਨ ਭੇਟਾ ਨਹੀਂ ਕਰ ਸਕਦਾ। ਉੱਥੇ ਕਹਿੰਦਾ ਪੈਸੇ ਦੇ ਦਿਆਂਗਾ, ਕੰਮ ਕਿਸੇ ਹੋਰ ਕੋਲੋਂ ਕਰਾ ਲਓ, ਇਹ ਸੇਵਾ ਕਰਨੀ ਬੜੀ ਮੁਸ਼ਕਲ ਹੈ। ਇੱਕ ਵਾਰੀ ਗੁਰਦੁਆਰੇ ਦੀਆਂ ਦਰੀਆਂ ਝਾੜਨੀਆਂ ਸਨ, ਪ੍ਰੇਮੀਆਂ ਵਿੱਚੋਂ ਇੱਕ ਨਹੀਂ ਆਇਆ। ਉਹ ਕਹਿਣ ਲੱਗੇ ਨਾ ਇਹ ਕੰਮ ਅਸੀਂ ਨਹੀਂ ਕਰ ਸਕਦੇ, ਮਜ਼ਦੂਰ ਲਾਣੇ ਪਏ ਝਾੜਨ ਵਾਸਤੇ। ਤਨ ਭੇਟਾ ਨਹੀਂ ਕਰ ਸਕਦਾ, ਆਲਸੀ ਹੈ। ਤੇ ਕਹਿੰਦੇ ਨੇ ਜਿਹੜਾ ਹੰਕਾਰੀ ਹੋਵੇ ਵੀ ਗਮਰਜੀ ਮੇਰੀ ਚੱਲੇਗੀ, ਹੰਕਾਰੀ ਮਨ ਭੇਟਾ ਨਹੀਂ ਕਰ ਸਕਦਾ। ਤੇ ਕੰਜੂਸ ਕਿਰਪਨ ਬੰਦਾ ਤਨ ਭੇਟਾ ਨਹੀਂ ਕਰ ਸਕਦਾ। ਪਰ ਇਹ ਤੇ ਤਿੰਨੇ ਕਰਨੇ ਨੇ, ਤਨ ਵੀ ਕਰਨਾ, ਮਨ ਵੀ ਕਰਨਾ। ਇਹ ਕਰਕੇ ਵੀ ਇੱਥੇ ਗੱਲ ਨਹੀਂ। ਹੁਣ ਸਿੱਖ ਇਤਿਹਾਸ 'ਚ ਇੱਕ ਸਾਖੀ ਦਾ ਸਹਾਰਾ ਲੈ ਲਵਾਂ। ਕੋਈ ਸਿੱਖ ਪਰਿਕਰਮਾ ਦੇ ਵਿੱਚ, ਇਹ ਗੁਰੂ ਅਰਜਨ ਸਾਹਿਬ ਜੇ ਸਮੇਂ ਦੀ ਗੱਲ ਹੈ, ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ, ਗੱਲਾਂ ਕਰਦੇ ਪਏ ਨੇ। ਕਹਿੰਦੇ ਨੇ ਕੁਛ ਐਸੇ ਨੇ ਹੱਥੀਂ ਸੇਵਾ ਕੀਤੀ, ਪਰ ਇਹ ਕੰਗਾਲਾਂ ਕੋਲ ਪੈਸਾ ਕੋਈ ਨਹੀਂ, ਪ੍ਰਸ਼ਾਦਾ ਇੱਥੋਂ ਛਕਦੇ ਨੇ। ਕੁਛ ਐਸੇ ਨੇ ਧਨ ਕਰਕੇ ਸੇਵਾ ਕੀਤੀ, ਪਰ ਹੱਥੀਂ ਤੇ ਨਹੀਂ ਨਾ ਕੀਤੀ। ਕਹਿਣ ਲੱਗੇ ਅਸੀਂ ਚੰਗੇ ਆ, ਅਸੀਂ ਮਾਇਆ ਵੀ ਦਿੱਤੀ, ਅਸੀਂ ਹੱਥੀਂ ਸੇਵਾ ਵੀ ਕੀਤੀ। ਸਤਿਗੁਰਾਂ ਸੁਣ ਲਈ ਵੀ ਅਜੇ ਤੱਕ ਵੀ ਇਹ ਦੂਸਰਿਆਂ ਨਾਲੋਂ ਚੰਗੇ ਨੇ ਇਹਨਾਂ ਦੀ ਨਜ਼ਰ ਵਿੱਚ, ਕਿ ਅਸੀਂ ਸੇਵਾ ਵੀ ਕੀਤੀ, ਅਸੀਂ ਧਨ ਵੀ ਦਿੱਤਾ। ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਨੇ ਅੱਜ ਕਥਾ ਸੁਣਾਓ, ਤੇ ਸੁਣਾਓ ਸਿੱਖੀ ਕੀ ਹੁੰਦੀ ਹੈ। ਜਦੋਂ ਗੁਰੂ ਅੰਗਦ ਦੇਵ ਦੀ ਸੇਵਾ ਕਥਾ ਸੁਣਾਈ, ਕਹਿਣ ਲੱਗੇ ਹਾਂ। ਉਹਨਾਂ ਨੇ ਕਹਿ ਦਿੱਤਾ ਮੇਰੀ ਹਰ ਸਿਆਣਪ ਗਲਤ ਹੋ ਸਕਦੀ ਹੈ, ਦੁਨੀਆ ਦੀ ਸਿਆਣਪ ਗਲਤ ਹੋ ਸਕਦੀ ਹੈ, ਗੁਰੂ ਜੋ ਕਹਿੰਦੇ ਨੇ ਠੀਕ ਆ। ਗੁਰੂ ਦਿਨ ਨੂੰ ਦਿਨ ਆਖਣ ਤੇ ਠੀਕ, ਰਾਤ ਨੂੰ ਰਾਤ ਆਖਣ ਠੀਕ, ਦਿਨ ਨੂੰ ਰਾਤ ਆਖਣ ਤਾਂ ਵੀ ਠੀਕ। ਜੋ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਨੇ ਜੋ ਕਹਿ ਦਿੱਤਾ ਉਹ ਕੰਮ ਕਰੇ, ਗੁਰ ਫਰਮਾਏ ਗੁਰ ਸਿੱਖ ਕਰਨਾ। ਜੋ ਗੁਰੂ ਨੇ ਕਹਿ ਦਿੱਤਾ ਉਹ ਕਰਨਾ, ਆਪਣੀ ਮਰਜ਼ੀ ਕੋਈ ਨਹੀਂ। ਜਿੱਥੇ ਆਪਣੀ ਮਰਜ਼ੀ ਹੈ, ਮਨ ਮਰਜ਼ੀ ਹੈ, ਨਾਲ ਆ ਕੇ ਮੈਂ ਤੁਹਾਡੀ ਸ਼ਰਨ ਵਿੱਚ ਆ। ਤੇ ਕਿਹਾ ਸ਼ਰਨ ਵਿੱਚ ਹਾਂ, ਮੈਂ ਸ਼ਰਨ ਵਿੱਚ ਹਾਂ, ਸ਼ਰਨ ਪ੍ਰਭੂ ਦੀ ਸ਼ਰਨ ਪਾਵਾਂ। ਮੈਨੂੰ ਸਾਧ ਸੰਗਤ ਦਿਓ, ਮੇਰੇ ਤੇ ਕਿਰਪਾ ਕਰੋ। ਨਾਨਕ ਪੂਰ ਰਹਿਓ ਹੈ ਸਰਬ ਮੈਂ। ਜਿੱਥੇ ਦੁਲਾਵਾਂ ਹੋਣ ਇਹ ਪਾਠ ਬੜੇ ਹੀ ਧਿਆਨ ਨਾਲ ਕਰਨਾ। ਜਿਵੇਂ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ। ਮੈਂ ਦਾ ਅਰਥ ਹੈ ਸੰਸਕ੍ਰਿਤ ਦਾ ਪਛੇਤਰ ਜੇ, ਇਹਦਾ ਅਰਥ ਹੈ ਰੂਪ।
ਸਰਬਮੈ, ਸਰਬ ਦਾ ਅਰਥ ਹੈ ਸਰਬ ਰੂਪ, ਸਾਰਿਆਂ ਦੇ ਵਿੱਚ ਜੋ ਹੈ। ਨਾਨਕ ਪੂਰ ਰਹਿਓ ਹੈ ਸਰਬਮੈ, ਸਰਬ ਵਿਆਪਕ ਸਰਬਮਈ ਉਹ ਪ੍ਰਮਾਤਮਾ। ਜਿਵੇਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਾਤਸ਼ਾਹ ਫਰਮਾ ਰਹੇ ਨੇ ਉਹ ਪੂਰ ਹੈ, ਉਹ ਪੂਰਿਆ ਹੋਇਆ ਹੈ, ਉਹ ਸਰਬ ਵਿਆਪਕ ਹੈ। ਸਗਲ ਗੁਣਾ ਬਿਦ ਜਾਨੰਦ। ਇਸ ਪੰਕਤੀ ਤੇ ਥੋੜਾ 2 ਮਿੰਟ ਰੋਕ ਲਈਏ। ਸਾਡੇ ਵਿੱਚ ਗੁਣ ਕਿਵੇਂ ਆਉਣੇ ਨੇ, ਕਿਵੇਂ ਗੁਣ ਆ ਜਾਣ, ਅਵਗਣ ਚਲੇ ਜਾਣ। ਉਹ ਕਹਿੰਦੇ ਨੇ ਬਿਦ ਸਾਰੀ ਆਪ ਜਾਣਦਾ। ਇਸੇ ਲਈ ਗੁਰੂ ਰਾਮਦਾਸ ਜੀ ਨੇ ਬਚਨ ਕਿਹਾ, ਮੈਨੂੰ ਕੋਈ ਪਤਾ ਨਹੀਂ ਕਿ ਮੇਰੇ 'ਚ ਗੁਣ ਕਿਵੇਂ ਆਉਣ, ਅਵਗਣ ਚਲੇ ਜਾਣ। ਤੁਸੀਂ ਇੰਜ ਕਰੋ, ਜਿਉਂ ਭਾਵੈ त्यों राख ले, हम शरण प्रभ आए राम राजे। हम भूल विगाड़े दिन सरात हर लाज रखा। हाँ सानू ते कम आउंदा, विगाड़ करने सानू आउंदे ने, जिन्ने मर्जी करा लो। भुल्लां करनियां सानू आउंदियां ने, 100 लांबे दिने के राती मिलन सहन। भुल्लां ਇਹ ਤੇ ਜਿੰਨੀਆਂ ਆਖੋ ਦਿਹਾੜੀ ਚ ਕਰ ਦਿਆਂਗੇ, ਸਵਰਨ ਸਾਨੂੰ ਨਹੀਂ ਆਉਂਦਾ। ਹਮ ਭੂਲ ਵਿਗਾੜੇ ਹੈ, ਦਿਨ ਸਰਾਤ ਹਰ ਲਾਜ ਰਖਾਏ। ਹੇ ਦਾਤਾ ਅਸੀਂ ਹਾਂ ਬੱਚੇ, ਬੱਚਿਆਂ ਦਾ ਕੰਮ ਹੈ ਭੁੱਲਣਾ। ਹਾਂ ਇਹ ਬਿੱਦ ਤੁਸੀਂ ਆਪਣੀ ਬਿੱਦ ਆਪ ਜਨਾਵੋ, ਕਿਰਪਾ ਕਰੋ। ਇਹ ਤਰੀਕਾ ਵੀ ਤੁਸੀਂ ਦੱਸਣਾ ਹੈ, ਮਰਿਆਦਾ ਤੁਸੀਂ ਦੱਸਣੀ ਹੈ। ਜਿਵੇਂ ਪਾਉਂਦਾ ਰੱਖ ਲਓ, ਜਿਵੇਂ ਕਿਰਪਾ ਕਰਨੀ ਹੈ ਕਰੋ। ਤੁਹਾਨੂੰ ਪਤਾ ਹੈ ਸਾਡੇ ਵਿੱਚ ਗੁਣ ਕਿਵੇਂ ਭਰਨੇ ਨੇ। ਹਾਂ ਇੱਕ ਕੰਮ ਤੇ ਫਿਰ ਸਾਡੇ ਜ਼ਿੰਮੇ ਹੈ ਨਾ, ਉਹ ਵੀ ਨਾ ਕਰੀਏ ਫਿਰ ਖੇਡ ਨਹੀਂ ਬਣਨੀ। ਉਹ ਕੀ ਬਿਦਾਂ ਗੁਰੂ ਦੱਸਣਗੇ, ਢੰਗ ਗੁਰੂ ਦੱਸਣਗੇ, ਤਰੀਕਾ ਸਤਿਗੁਰੂ ਦੱਸਣਗੇ। ਇੱਕ ਕੰਮ ਅਸੀਂ ਕਰਨਾ ਕਿ ਖਿੜੇ ਮੱਥੇ ਮੰਨ ਲਈਏ, ਜੋ ਗੁਰੂ ਆਖੇ ਉਸ ਤੇ ਕਿੰਤੂ ਨਾ ਕਰੀਏ। ਇਹ ਨਾ ਕਰੀਏ ਕਿ ਇਹ ਇੰਜ ਨਹੀਂ ਹੋ ਸਕਦਾ, ਇੰਜ ਕਰਦੇ ਹੋ, ਇਹ ਕਰਦੇ ਹੋ, ਥੋੜਾ ਘੱਟ ਕਰਦੇ ਹੋ। ਉਹ ਜਿਵੇਂ ਇੱਕ ਕਥਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਖੁਦਾ ਨੂੰ ਮਿਲ ਕੇ ਆਏ ਤੇ ਅੱਗੇ ਮੂਸਾ ਮਿਲ ਪਏ ਤੇ ਕਹਿਣ ਲੱਗੇ ਕੀ ਪੈਗਾਮ ਲੈ ਕੇ ਆਇਆ? ਕਿਹਾ ਮੁਸਲਮਾਨਾਂ ਨੂੰ ਖੁਦਾ ਨੇ ਕਿਹਾ 50 ਨਮਾਜ਼ਾਂ ਪੜ੍ਹਨੀਆਂ, 50 ਵਾਰੀ। ਕਹਿਣ ਲੱਗਾ ਕਿਸੇ ਵੀ ਨਹੀਂ ਆਉਣਾ, ਹੁਣੇ ਹੀ ਜਾ ਮੁਆਫ ਕਰਾ ਕੇ ਆ। फिर आया, उन्हें पूछा हुण, कहन लगा 45 मुआफ कराए आ, 5। ते कहन लगा हुण 5 भी नहीं पढ़नियां, होर घट करा के आ। कहन लगा नहीं हुण ते लज्जिया आउंदी है भई जिन्ने इन्ने सवास दिते ने 5 वारी भी उन्होंने याद ना कीता जाए, चंगी गल कीती। सिख भी कई बारी छोट मंगते ने, कदी केस नाना गुरु रखण लई कहंदे सारा जगत ही सिख बन जांदा, कदी ए गल ना कहते ए रातां रखो ए सारा जग, फिर सिवत जगत सिख होंदा कि गुरु ने जो दसिया करके ही ते सिख बनना। जे गल ही मनन लई तैयार नहीं तो फिर सिखी काहदी। सतगुरु ने जो हुक्म किया कहा तेरे भले वास्ते। एक गल याद रखनी, सारी दुनिया सिफत करे तो रब ने वड्डा नहीं हो जाना, निंदा करे तो छोटा नहीं हो जाना। हाँ ਉਹਨੂੰ ਵੱਡਾ ਵੱਡਾ ਕਹਿੰਦਿਆਂ ਹੁਕਮ ਮੰਨਦਿਆਂ ਆਪ ਵੱਡੇ ਹੋ ਜਾਵਾਂਗੇ, ਉਸ ਨੂੰ ਭੁੱਲ ਕੇ ਮਿਟ ਜਾਵਾਂਗੇ। ਕਈ ਵਾਰ ਮਾਇਆ ਦੇ ਆਸਰੇ ਗੁੱਡੀ ਚੜ੍ਹਦੀ ਹੈ ਤੇ ਬੰਦਾ ਰੱਬ ਨੂੰ ਭੁੱਲ ਜਾਂਦਾ। 1-2 ਪੰਕਤੀਆਂ ਪੜ੍ਹ ਕੇ ਸਮਾਪਤ ਕਰਾਂ ਕਿ ਸੂਰਜ ਚੜੇ ਮੰਜੋਗ ਸਭ ਸੇ ਘਟੈ ਆਰਜਾ, ਮਨ ਤਨ ਰਤਾ ਭੋ ਕੋਈ ਹਾਰੇ ਕੋ ਜਨੇ। ਅਗਲੀ ਪੰਕਤੀ ਸਭ ਕੋ ਭਰਿਆ ਫੂਕ, हर बंदा हौमे दे फूक नाल भरिया पे। सब को भरिया फूक, आखण कहन न थम्मीए। आखियां वेख्या भी नहीं समझदा ते जदों फूक कढ दिंदा है ना, फूक कढाए ना साहब नानक वेखा आप फूक कढाए टह पवे। जिवें गुब्बारे च फूक निकल जांदी, हाल की हुंदा। बंदिया दिता सब कुछ रब दा, तू शरण विच आ। तू आख मालिक सब कुछ तेरा, मेरा मुझ में किश नहीं, जो किश है सो तेरा, तेरा तुझको सौंपते क्या लागे मेरा। 2-3 दिन हाजरी भरदे आ, बेअंती भुल्लां होईयां होणगीਆਂ। मैं ते ही समझदा मैं सतगुरु दे दर दा कूकर हां, ओदी संथा दोहराउने आ। बाला प्रीतम दा धन्नवाद, तुहाडा संगतां दा कोटान कोट शोकर।
ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੋਂ ਲੈ ਕੇ ਸਾਰੇ ਮੈਂਬਰਾਂ ਤੱਕ ਤੇ ਇੱਥੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਦਗੰਥੀ ਤੇ ਇਹਨਾਂ ਦੇ ਜਿੰਨੇ ਸਹਾਇਕ ਨੇ, ਮਹਾਨ ਸੇਵਾ, ਜੋੜਿਆਂ ਦੀ ਸੇਵਾ ਕਰਨ ਵਾਲੇ, ਗੁਰੂ ਕੇ ਲੰਗਰ 'ਚ ਸੇਵਾ ਕਰਨ ਵਾਲੇ ਸਾਰਿਆਂ ਦਾ ਮੈਂ ਕੋਟਾਨ ਕੋਟ ਸ਼ੁਕਰ ਕਰਦਾ। ਮੈਂ ਸਮਝਦਾ ਗੁਰੂ ਹੀ ਲੈ ਆਉਂਦਾ ਤੇ ਉਹ ਹੀ ਕਥਾ ਕਰਾ ਲੈਂਦਾ। ਉਹ ਹੀ ਸਿਰ ਤੇ ਹੱਥ ਰੱਖੇ, ਤੁਸੀਂ ਸਿਰ ਤੇ ਹੱਥ ਰੱਖਣਾ। ਗੁਰੂ ਕਿਰਪਾ ਕਰੇ, ਇਸ ਸਥਾਨ ਦੀਆਂ ਚੜ੍ਹਦੀਆਂ ਕਲਾ ਰਹਿਣ, ਮਾਲਕ ਮਿਹਰ ਕਰੇ, ਭੁੱਲਾਂ ਮੁਆਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।